ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੁਚਿਰ ਚਰਿਤਰ ਬਚਿੱਤਰ ਪਵਿੱਤਰ ਕੋ ਕਹਿ ਸਕਹਿ ਆਪ ਕੇ ਚਿੱਤਰ। ਗੁਰ ਪਰ ਅੰਕ ਪਰ ਪਹੁੰਚੇ ਜਬੈ ਭੋਜਨ ਅਚਿਓ ਤ੍ਰਿਆ ਜੁਤ ਤਬੈ। ਰੁਚਰ ਚਰਿਤਰ ਬਚਿੱਤਰ ਪਵਿੱਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਸਮੁੱਚੇ ਹੀ ਗੁਰਮੁਖ ਪਿਆਰੇ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਪਿਤਾ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਜੀ ਵਿਖੇ ਕਾਫੀ ਲੰਮੇਰੇ ਸਮੇਂ ਤੋਂ ਲੈ ਕਰਕੇ ਇਕੱਤਰ ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ। ਭਲੀ ਪ੍ਰਕਾਰ ਸਮੁੱਚੀਆਂ ਸੰਗਤਾਂ ਨੂੰ ਇਹ ਵਿਦਿਤ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਆਪ ਗੁਰੂ ਜੈਸੀਆਂ ਸੰਗਤਾਂ ਦੇ ਮਹਾਨ ਸਹਿਯੋਗ ਦੇ ਸਦਕਾ ਹਰ ਸਾਲ ਦੀ ਤਰ੍ਹਾਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਇਸ ਸਾਲ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬੰਧ ਵਿੱਚ ਪੁਰਾਤਨ ਮਰਯਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਇਹਨਾਂ ਪਾਵਨ ਪਵਿੱਤਰ ਅਸਥਾਨਾਂ 'ਤੇ
ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਉਹਨਾਂ ਪ੍ਰਸੰਗਾਂ ਦੀ ਕਥਾ ਕਈ ਦਿਨ ਪਹਿਲਾਂ ਤੋਂ ਆਰੰਭ ਕੀਤੀ ਜਾਂਦੀ ਹੈ ਕਿ ਕਿਵੇਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਇਸ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਲਾਹੌਰ ਵੱਲ ਨੂੰ ਜਾਣਾ ਹੋਇਆ। 5 ਗੁਰਸਿੱਖਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਇੱਥੋਂ ਰਵਾਨਾ ਹੋਏ ਨੇ। ਪਹਿਲਾਂ ਸਤਿਗੁਰੂ ਪਾਤਸ਼ਾਹ ਨੇ ਜਾ ਕਰਕੇ ਭਾਈ ਸੱਧੂ ਸਿੱਖ ਦੇ ਗ੍ਰਹਿ ਵਿਖੇ ਆਪਣਾ ਆਸਣ ਕੀਤਾ। ਜਦੋਂ ਸਿੱਖ ਦੇ ਘਰ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ ਹਨ, ਭਾਈ ਸੱਧੂ ਤੇ ਇਸ ਦੀ ਪਤਨੀ ਦੋਵਾਂ ਨੂੰ ਇਤਨਾ ਚਾਅ ਚੜ੍ਹ ਗਿਆ। 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਥਾਲੇ ਵਿੱਚ ਪਰੋਸੇ ਹਨ। ਭੋਜਨ ਛਕਾਇਆ ਹੈ। ਫਿਰ ਸਾਰੀ ਰਾਤ ਵਾਰੋ ਵਾਰੀ ਦੋਹਾਂ ਨੇ ਪੱਖਾ ਚੱਲ ਕਰਕੇ ਸੇਵਾਵਾਂ ਕੀਤੀਆਂ। ਜਦੋਂ ਸਤਿਗੁਰੂ ਪਾਤਸ਼ਾਹ ਆਪਣੇ ਆਸਣ ਦੇ ਉੱਤੇ ਬਿਰਾਜਮਾਨ ਹੋਏ, ਫਿਰ ਦੋਹਾਂ ਨੇ ਭੋਜਨ ਪ੍ਰਸ਼ਾਦਾ ਪਾਣੀ ਛਕਿਆ ਤੇ ਆਪਸ ਵਿੱਚ ਵਿਚਾਰਾਂ ਕਰਦੇ ਮਨ ਦੇ ਅੰਦਰ ਸੋਚਦੇ ਨੇ ਕਿ ਸਾਡੇ ਤੇ ਗਰੀਬਾਂ ਨਾਲ ਉਹ ਗੱਲ ਹੋ ਗਈ ਜਿਵੇਂ ਦੁਰਯੋਧਨ ਵਰਗਿਆਂ ਦੇ 36 ਪ੍ਰਕਾਰ ਦੇ ਭੋਜਨਾਂ ਨੂੰ ਛੱਡ ਕਰਕੇ ਬਿਦਰ ਦੇ ਘਰ ਵਿੱਚ ਭਗਵਾਨ ਕ੍ਰਿਸ਼ਨ ਜਾ ਕਰਕੇ ਉਹਨਾਂ ਦਾ ਅਲੂਣਾ ਜਿਹੜਾ ਸਾਗ ਸੀ ਉਹ ਛਕਣਾ ਕੀਤਾ, ਉਹਨਾਂ ਦੇ ਭੋਜਨ ਪਦਾਰਥਾਂ ਨੂੰ ਸਵੀਕਾਰ ਕੀਤਾ ਸੀ। ਕਿੰਨੇ ਵੱਡੇ ਵੱਡੇ ਅਮੀਰ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਿੱਖ ਲਾਹੌਰ ਵਿੱਚ ਵੱਸਦੇ ਨੇ। ਸਤਿਗੁਰੂ ਪਾਤਸ਼ਾਹ ਸਾਡੇ ਗਰੀਬਾਂ ਦੇ ਗ੍ਰਹਿ ਵਿਖੇ ਨਿਵਾਸ ਵਿਖੇ ਆ ਕਰਕੇ ਟਿਕੇ ਹਨ। ਇਸ ਤਰ੍ਹਾਂ ਦੀ ਮਨ ਦੇ ਵਿੱਚ ਵਿਚਾਰ ਰੱਖੀ ਹੈ। ਇੱਥੋਂ ਤੱਕ ਪਾਵਨ ਪ੍ਰਸੰਗ ਜੋ ਕਥਾ ਹੈ, ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਸ਼ਰਵਣ ਕੀਤੀ ਹੈ। ਅੱਗੇ ਜੋ ਪ੍ਰਸੰਗ ਆ ਰਿਹਾ, ਆਓ ਕੁਝ ਸਮੇਂ ਲਈ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੁਚਿਰ ਚਰਿਤਰ ਬਚਿੱਤਰ ਪਵਿੱਤਰ। ਭਾਈ ਸੱਧੂ ਗੁਰੂ ਦਾ ਸਿੱਖ ਤੇ ਇਸ ਦੀ ਪਤਨੀ ਦੋਵੇਂ ਜਾਣੇ ਆਪਸ ਵਿੱਚ ਵਿਚਾਰ ਕਰਦੇ ਤੇ ਮਨ ਵਿੱਚ ਵਾਰ-ਵਾਰ ਵਿਚਾਰਾਂ ਉੱਠਦੀਆਂ ਨੇ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਿਤਨੇ ਕਿਰਪਾਲੂ ਤੇ ਦਿਆਲੂ ਸਵਰੂਪ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜਿਹੜੇ ਚਰਿੱਤਰ ਕਹੀਏ ਕੌਤਕ ਨੇ, ਰੁਚਰ ਸੁੰਦਰ ਨੇ, ਬਚਿੱਤਰ ਇਹ ਅਨੋਖੇ ਹਨ। ਮਹਾਨ ਪਾਵਨ ਪਵਿੱਤਰ ਤੋਂ ਪਵਿੱਤਰ ਕੌਤਕਾਂ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਉਹ ਕਹਿ ਸਕਹਿ ਆਪ ਕੇ ਚਿੱਤਰ। ਜਿਹੜੇ ਆਪ ਜੀ ਦੇ ਚਰਿੱਤਰ ਕੌਤਕ ਨੇ, ਆਪ ਜੀ ਦੇ ਕਰਤੱਵ ਹਨ ਸਤਿਗੁਰੂ ਪਾਤਸ਼ਾਹ, ਉਹ ਕੌਣ ਕਹਿ ਸਕਦਾ ਹੈ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀ ਹੈ। ਆਪ ਜੀ ਦੇ ਕੌਤਕਾਂ ਨੂੰ ਕੌਣ ਬਿਆਨ ਕਰ ਸਕਦਾ। ਗੁਰ ਪਰੇ ਅੰਕ ਪਰ ਪਹੁੰਚੇ ਜਬੈ। ਜਿਸ ਵੇਲੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪਣੇ ਆਸਣ ਦੇ ਉੱਪਰ ਆਰਾਮ ਕਰਨ ਵਾਲੇ ਪਲੰਗ ਦੇ ਉੱਤੇ ਸੁਭਾਏਮਾਨ ਹੋ ਗਏ। ਭੋਜਨ ਅਚਿਉ ਤ੍ਰਿਆ ਜੁਤ ਤਬੈ। ਉਸ ਵੇਲੇ ਭਾਈ ਸੱਧੂ ਗੁਰੂ ਦੇ ਸਿੱਖ ਨੇ ਆਪਣੀ ਪਤਨੀ ਦੇ ਸਮੇਤ ਦੋਹਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਭੋਜਨ ਛਕਾ ਕੇ ਆਰਾਮ ਦੇ ਵਸ ਕਰ ਦਿੱਤਾ। ਫਿਰ ਬਾਅਦ ਵਿੱਚ ਭੋਜਨ ਛਕਿਆ। ਪੁਨ ਦੰਪਤ ਬਿਜ ਨਾਲੇ ਗਏ। ਫਿਰ ਦੋਹਾਂ ਹੀ ਪਤੀ ਪਤਨੀ ਨੇ ਆਪਣੇ ਹੱਥ ਦੇ ਵਿੱਚ ਭੋਜਨ ਛਕਣ ਤੋਂ ਬਾਅਦ ਪੱਖਾ ਪਕੜ ਲਿਆ। ਪਾਉਨ ਪ੍ਰੀਤ ਸੁਹਾੰਕਤ ਭਏ। ਬੜੇ ਹੀ ਪਿਆਰ ਦੇ ਨਾਲ, ਕੋਈ ਖੜਾਕ ਨਾ ਹੋਵੇ ਸਤਿਗੁਰਾਂ ਦਾ, ਕੋਈ ਇਸ ਤਰ੍ਹਾਂ ਨੇਤਰ ਨਾ ਖੁੱਲ ਜਾਵੇ, ਅੱਖ ਨਾ ਖੁੱਲ ਜਾਵੇ।
ਪਿਆਰ ਦੇ ਨਾਲ ਪੱਖਾ ਝੱਲਦੇ, ਠੰਡੀ ਹਵਾ ਝੱਲਦੇ ਹਨ। ਸੁੰਦਰ ਮ੍ਰਿਦੁਲ ਚਰਨ ਕੋ ਗਹਿ ਕੈ, ਜਿਹੜੇ ਸੁੰਦਰ ਮਨ ਦੀ ਕਸ਼ਿਸ਼ ਦਾ ਕਾਰਨ ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨ ਹਨ, ਦੋਹਾਂ ਨੇ ਪਕੜ ਲੈਣਾ ਕੀਤੇ। ਚਾਂਪਤ ਚੌਂਪ ਚਾਰ ਕੋ ਚਹਿ ਕੈ, ਬਹੁਤਾ ਹੀ ਚੌਂਪ ਉਤਸ਼ਾਹ ਦੇ ਸੰਯੁਕਤ ਹੋ ਕਰਕੇ ਦੋਵੇਂ ਮੁੱਠੀ ਚਾਪੀ ਕਰਦੇ ਚਰਨਾਂ ਨੂੰ ਘੁੱਟਦੇ ਨੇ ਵਾਰੋ ਵਾਰ। ਜਿਸ ਜਿਸ ਸਿੱਖ ਕੋ ਸੁਧ ਤਬ ਹੋਈ, ਜਿਹੜੇ ਜਿਹੜੇ ਗੁਰੂ ਦੇ ਪਿਆਰੇ ਗੁਰਸਿੱਖ ਨੂੰ, ਲਾਹੌਰ ਨਿਵਾਸੀ ਨੂੰ ਖਬਰ ਹੋ ਗਈ, ਪਤਾ ਲੱਗ ਗਿਆ, ਦਰਸ਼ਨ ਕੋ ਆਏ ਸਭ ਕੋਈ। ਉਹ ਸਾਰੇ ਮਾਈ ਭਾਈ ਆਪੋ ਆਪਣੇ ਘਰਾਂ ਵਿੱਚੋਂ ਚੱਲ ਕਰਕੇ ਸਤਿਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਭਾਈ ਸੱਧੂ ਜੀ ਦੇ ਘਰ ਵਿੱਚ ਆਉਂਦੇ ਹਨ, ਪਹੁੰਚ ਜਾਂਦੇ। ਧਰ ਧਰ ਭੇਟ ਬੰਦ ਨਾ ਠਾਨਹਿ, ਜਿਹੋ ਜੀ ਕਿਸੇ ਸਿੱਖ ਦੀ ਯੋਗਤਾ ਹੁੰਦੀ, ਅਮੀਰੀ ਗਰੀਬੀ ਕਰਕੇ ਆਪਣੀ ਭੇਟਾ ਸਤਿਗੁਰਾਂ ਨੂੰ ਰੱਖਦਾ ਤੇ ਮੱਥਾ ਟੇਕਦਾ ਹੈ। ਮਨੋ ਕਾਮਨਾ ਬਿਨੈ ਬਖਾਨਹਿ, ਜਿਹੜੀ ਕੋਈ ਮਨ ਦੀ ਕਾਮਨਾ, ਕੋਈ ਮਨ ਦਾ ਫੁਰਨਾ ਹੁੰਦਾ, ਸੰਕਲਪ ਹੋਇਆ ਕਰਦੇ, ਉਹ ਬੇਨਤੀ ਰੂਪ ਦੇ ਵਿੱਚ ਸਤਿਗੁਰਾਂ ਦੇ ਅੱਗੇ ਕਹਿ ਦਿੰਦੇ ਹਨ। ਇਸੀ ਪ੍ਰਕਾਰ ਨਿਸਾ ਵੱਡ ਗਈ, ਇਸੇ ਪ੍ਰਕਾਰ ਹੀ ਸਿੱਖ ਸੰਗਤਾਂ ਆਉਂਦੀਆਂ ਨੇ, ਸਤਿਗੁਰੂ ਪਾਤਸ਼ਾਹ ਨੂੰ ਬਹੁਤ ਵੱਡੀ ਜਿਹੜੀ ਰਾਤ ਹੈ ਗੁਜ਼ਰ ਜਾਣਾ ਕੀਤੀ। ਸੁਖ ਸਹਿਜਾ ਪਰ ਨਿੰਦਰਾ ਲਈ, ਐਸੀ ਸੁਖਦਾਈ ਜਿਹੜੀ ਸੇਜਾ ਹੈ, ਇਸ ਦੇ ਉੱਪਰ ਸਤਿਗੁਰੂ ਪਾਤਸ਼ਾਹ ਨਿੰਦਰਾ ਦੇ ਵਸ ਹੋਏ, ਆਰਾਮ ਕਰਨ ਲੱਗ ਪਏ। ਨਿਕਟ ਸਿੱਖ ਸਭ ਹੀ ਪਰ ਸੋਏ, ਇਸ ਤਰ੍ਹਾਂ ਦੇ ਨਾਲ ਬਾਕੀ ਜਿਹੜੇ ਪੰਜੇ ਗੁਰਸਿੱਖ ਸਤਿਗੁਰਾਂ ਦੇ ਨਾਲ ਗਏ ਹਨ, ਤੇ ਉਹ ਵੀ ਸਤਿਗੁਰਾਂ ਦੇ ਨੇੜੇ ਹੀ ਧਰਤੀ ਦੇ ਉੱਤੇ ਆਪਣੇ ਆਸਣ ਲਾ ਕਰਕੇ ਸੌਂ ਜਾਣਾ ਕੀਤੇ। ਵਿਧੀ ਚੰਦ ਆਦਿਕ ਹੈ ਜੋਏ, ਧੰਨ ਬਾਬਾ ਵਿਧੀ ਚੰਦ ਸਾਹਿਬ ਜੀ ਆਦਿਕ ਜਿਹੜੇ ਭਾਈ ਪ੍ਰਾਣਾ ਜੀ ਸਤਿਗੁਰੂ ਪਾਤਸ਼ਾਹ ਦੇ ਨਾਲ ਇਹ ਪੰਜੇ ਸਿੱਖ ਗਏ ਹਨ। ਜਾਮ ਜਾਮਨੀ ਜਾਗਰਣ ਕੀਨ, ਜਦੋਂ ਇੱਕ ਪਹਿਰ ਰਾਤ ਰਹਿ ਜਾਣਾ ਕੀਤੀ, ਭਾਵ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਪਾਤਸ਼ਾਹ ਜਾਗਰਤ ਅਵਸਥਾ ਵਿੱਚ ਆਏ ਤੇ ਪੰਜੇ ਸਿੱਖ ਵੀ ਜਾਗਰਤ ਅਵਸਥਾ ਵਿੱਚ ਆਏ, ਜਾਗੇ ਹਨ। ਸੌਚਾਚਾਰ ਸਗਲ ਕਰ ਲੀਨ, ਸਾਰਿਆਂ ਨੇ ਉਸ ਵੇਲੇ ਸੌਚਾਚਾਰ ਦਾ ਅਰਥ ਹੈ 5 ਇਸ਼ਨਾਨਾਂ, ਤੇ ਉਸ ਤੋਂ ਬਾਅਦ ਫਿਰ ਤਨ ਦਾ ਇਸ਼ਨਾਨ, ਦਾਤਨ ਕੁਰਲਾ, ਸਾਰੀ ਜਿਹੜੀ ਕਿਰਿਆ ਹੈ ਸਰੀਰ ਦੀ, ਇਹ ਸਤਿਗੁਰਾਂ ਦੇ ਸੰਯੁਕਤ ਗੁਰਸਿੱਖਾਂ ਨੇ ਕੀਤੀ ਹੈ। ਤਨ ਇਸ਼ਨਾਨ ਜਲ ਨਿਰਮਲ ਸਾਥ, ਬੜਾ ਉਜਲਾ ਜਿਹੜਾ ਪਾਵਨ ਪਵਿੱਤਰ ਜਲ ਹੈ, ਉਸ ਜਲ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕੀਤਾ, ਬਾਅਦ ਵਿੱਚ ਸਿੱਖਾਂ ਨੇ ਇਸ਼ਨਾਨ ਕੀਤਾ ਹੈ। ਇੱਕ ਚਿੱਤ ਬੈਠ ਰਹੇ ਗੁਰਨਾਥ, ਜਿਹੜੇ ਸਮੁੱਚੀ ਕਾਇਨਾਤ ਦੇ, ਸਾਰੀ ਸ੍ਰਿਸ਼ਟੀ ਦੇ ਨਾਥ ਮਾਲਕ ਨੇ ਗੁਰੂ ਅਰਜਨ ਦੇਵ ਸਾਹਿਬ ਜੀ, ਇੱਕ ਮਨ ਇੱਕ ਚਿੱਤ ਹੋ ਕਰਕੇ ਸਮਾਧੀ ਸਥਿਤ ਬੈਠ ਗਏ। ਪੁਨਿ ਪ੍ਰਕਾਸ਼ ਭਇਓ ਰਵ ਚੜਿਓ, ਜਿਸ ਵੇਲੇ ਰਬ ਸੂਰਜ ਚੜ ਜਾਣਾ ਕੀਤਾ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪਈਆਂ, ਪ੍ਰਕਾਸ਼ ਹੋਇਆ, ਚਾਨਣ ਹੋ ਗਿਆ। ਸਭ ਸੰਗਤ ਸੁਨ ਸੁਨ ਮੁਦ ਬੜਿਓ, ਸਾਰੀਆਂ ਸੰਗਤਾਂ ਲਾਹੌਰ ਨਿਵਾਸੀ ਪਿਆਰਿਆਂ ਨੂੰ ਪਤਾ ਲੱਗ ਗਿਆ ਸਤਿਗੁਰਾਂ ਦੇ ਆਉਣ ਦਾ, ਸਾਰਿਆਂ ਦੇ ਮਨਾਂ ਵਿੱਚ ਬਹੁਤਾ ਹੀ ਮੁੱਦ ਜਿਹੜਾ ਆਨੰਦ ਵੜ ਗਿਆ। ਆਏ ਆਏ ਦਰਸ਼ਨ ਕੋ ਕਰਹਿ, ਸਾਰੇ ਬਾਰੋ ਬਾਰੀ ਆ ਕੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਦੇ ਹਨ। ਬੰਦਹਿ ਚਰਨ ਉਪਾਇਨ ਧਰਹਿ, ਚਰਨਾਂ ਕਵਲਾਂ ਦੇ ਉੱਤੇ ਆ ਕਰਕੇ ਮੱਥਾ ਟੇਕਦੇ ਨੇ, ਨੱਕ ਲਾ ਕਰਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਪਾਸ ਬੇਨਤੀਆਂ ਕਰਦੇ, ਅਰਦਾਸਾਂ ਕਰਦੇ। ਤਬ ਹੀ ਅਰਥ ਮਲ ਚੱਲ ਕਰ ਆਇਓ, ਉਸ ਵੇਲੇ ਬਾਬਾ ਅਰਥ ਮਲ ਸਾਹਿਬ ਜੀ, ਜਿਹੜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਮਾਮਾ ਜੀ ਦੇ ਪੁੱਤਰ ਲੱਗਦੇ ਹਨ, ਇਹ ਵੀ ਚੱਲ ਕਰਕੇ ਲਾਹੌਰ ਵਿੱਚ ਆਏ ਹਨ। ਮਿਲਿਓ ਪ੍ਰੇਮ ਕਰ ਸੀਸ ਨਿਵਾਇਓ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ, ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਜੀ ਦਾ ਰੂਪ ਜਾਣ ਕਰਕੇ ਮਿਲੇ ਹਨ ਤੇ ਚਰਨਾਂ ਤੇ ਮੱਥਾ ਟੇਕਣਾ ਕੀਤਾ। ਜੀਠੋ ਪੁੱਤਰ ਮੋਹਰੀ ਕੇਰਾ, ਇਹ ਬਾਬਾ
ਬਾਬਾ ਅਰਥ ਮੱਲ ਜੀ ਕੌਣ ਹਨ? ਗੁਰੂ ਅਮਰਦਾਸ ਮਹਾਰਾਜ ਜੀ ਦੇ ਪੋਤਰੇ ਲੱਗਦੇ ਨੇ ਤੇ ਬਾਬਾ ਮੋਹਰੀ ਜੀ ਦੇ ਇਹ ਜੇਠੇ ਦਾ ਅਰਥ ਵੱਡੇ ਸਾਹਿਬਜ਼ਾਦੇ ਹਨ। ਭਰ ਕਰ ਅੰਕ ਮਿਲੇ ਤਿਸ ਬੇਰਾ। ਉਸ ਵੇਲੇ ਸਤਿਗੁਰਾਂ ਨੇ ਇੰਨਾ ਸਨੇਹ ਕੀਤਾ ਬਾਬਾ ਅਰਥ ਮੱਲ ਜੀ ਦੇ ਨਾਲ ਤੇ ਉਹਨਾਂ ਨੂੰ ਜੱਫੀ ਪਾ ਕਰਕੇ ਘੁੱਟ ਕੇ ਗਲਵੱਕੜੀ ਵਿੱਚ ਲੈ ਕਰਕੇ ਮਿਲੇ ਹਨ। ਸਾਦਰ ਨਿਕਟ ਬਿਠਾਵਨ ਕਰਿਓ। ਬੜੇ ਹੀ ਸਤਿਕਾਰ ਦੇ ਨਾਲ ਮਿੱਠੇ ਬਚਨ ਬੋਲ ਕੇ ਸਤਿਗੁਰਾਂ ਨੇ ਆਪਣੇ ਕੋਲ ਬਿਠਾ ਲਿਆ। ਪ੍ਰਿਥਕ ਸਬਨ ਤੇ ਹੋਏ ਹਿਤ ਧਰਿਓ। ਉਸ ਵੇਲੇ ਸਾਰਿਆਂ ਤੋਂ ਪ੍ਰਿਥਕ ਨਾਮ ਹੈ, ਵੱਖਰੇ ਹੋ ਕਰਕੇ ਉਹਨਾਂ ਨੂੰ ਮਿਲਣਾ ਕੀਤਾ। ਇੰਨਾ ਪ੍ਰੇਮ ਧਾਰਿਆ ਹੈ ਹਿਰਦੇ ਵਿੱਚ। ਜਿਸ ਪ੍ਰਕਾਰ ਕੋ ਕਾਰਨ ਕਰਨਾ। ਜਿਸ ਪ੍ਰਕਾਰ ਦਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਤਨ ਦਾ ਕਾਰਨ ਕਰਨਾ ਸੀ। ਤਨ ਦਾ ਕਾਰਨ ਕੀ ਭਾਵ ਸ਼ਹਾਦਤ ਦੇਣੀ ਹੈ। ਆਪਣਾ ਪੰਜ ਭੌਤਿਕ ਸਰੀਰ ਜਿਵੇਂ ਤਿਆਗਣਾ ਹੈ ਲਾਹੌਰ ਵਿੱਚ। ਨਿਕਟੇ ਅਰਥ ਮਲ ਕੀ ਸੋ ਬਰਨਾ। ਇਹਨਾਂ ਪੰਜਾਂ ਸਿੱਖਾਂ ਤੋਂ ਸਾਰੀਆਂ ਸੰਗਤਾਂ ਤੋਂ ਵੱਖਰਿਆਂ ਕਰਕੇ ਬਾਬਾ ਅਰਥ ਮੱਲ ਜੀ ਨੂੰ ਇਹ ਸਾਰਾ ਕੁਝ ਸਤਿਗੁਰਾਂ ਨੇ ਵਰਣਨ ਕਰਕੇ ਸੁਣਾ ਦਿੱਤਾ, ਬੋਲ ਕੇ ਕਹਿ ਦਿੱਤਾ। ਹਮਰੇ ਤਨ ਕੋ ਹੈ ਅਬਅੰਤ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਨੇ ਬਾਬਾ ਅਰਥ ਮੱਲ ਜੀ ਸਾਡੇ ਤਨ ਸਰੀਰ ਦਾ ਹੁਣ ਅੰਤਲਾ ਸਮਾਂ ਨੇੜੇ ਆ ਚੁੱਕਿਆ। ਪੰਜ ਭੌਤਿਕ ਦੇਹੀ ਦਾ ਤਿਆਗ ਕਰ ਦੇਣਾ ਇਸ ਸ਼ਹਿਰ ਦੇ ਵਿੱਚ। ਤਜ ਬੇਕੂ ਸਭ ਸੁਨੋ ਬਿਰਤੰਤ। ਬਾਕੀ ਸਰੀਰ ਤਿਆਗਣ ਦਾ ਬਰਤੰਤ ਜਿਹੜਾ ਪ੍ਰਸੰਗ ਹੈ, ਜਿਹੜਾ ਇਸ ਤਰ੍ਹਾਂ ਇਤਿਹਾਸ ਵਾਰਤਾ ਹੈ, ਉਹ ਸਾਰੀ ਸੁਣੋ, ਤੁਹਾਨੂੰ ਦੱਸ ਦਿੰਦੇ ਹਾਂ। ਮਹਾ ਵਿਰੋਧੀ ਹਮਰੇ ਜੇ ਹੈ। ਜਿਹੜੇ ਹਮਰੇ ਦਾ ਅਰਥ ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਦੇ ਨਾਲ ਵੈਰ ਕਰਨ ਵਾਲੇ ਵਿਰੋਧੀ ਬੰਦੇ ਨੇ, ਜਿਹੜੇ ਦੁਸ਼ਮਣੀ ਕਮਾਉਂਦੇ ਹਨ। ਸਿਰ ਅਪਰਾਧ ਤਿਨੋਂ ਕੀ ਦੇ ਹੈ। ਉਹਨਾਂ ਦੇ ਸਿਰ ਦੇ ਉੱਪਰ ਐਸਾ ਅਪਰਾਧ ਜਿਹੜਾ ਗੁਨਾਹ ਹੈ ਉਹ ਦੇ ਕਰਕੇ ਭਾਵ ਸਾਰੇ ਉਪਦਰਵ ਉਹਨਾਂ ਦੇ ਸਿਰ ਦੇ ਉੱਤੇ ਚਾੜ ਕਰਕੇ। ਅਪਰਾਧੀ ਜਬ ਹੋਏ ਵਿਸਾਲਾ। ਜਦੋਂ ਇਹ ਬਹੁਤ ਵੱਡੇ ਅਪਰਾਧੀ ਗੁਨਾਹਗਾਰ ਹੋ ਜਾਣਗੇ, ਬਹੁਤ ਵੱਡੇ ਵੱਡੇ ਇਹ ਪਾਪ ਕਮਾਉਣਗੇ, ਭਾਵ ਤਤੀਆਂ ਤਵੀਆਂ ਦੇ ਉੱਤੇ ਸਾਡੇ ਚੌਂਕੜੇ ਵੀ ਲੱਗ ਜਾਣਗੇ। ਉਚਿਤ ਸਜਾਏ ਬਨੇ ਤਿਸ ਕਾਲਾ। ਫਿਰ ਇਹਨਾਂ ਦੇ ਜਿਹੜੇ ਪਾਪ ਹੁੰਦੇ ਨੇ, ਪਾਪੀ ਬੰਦੇ ਨੂੰ ਮਾਰਨ ਵਾਸਤੇ ਉਹੀ ਬਲੀ ਬਲਵਾਨ ਬਣ ਜਾਂਦੇ ਨੇ। ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੋਇਆ ਕਰਦੇ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਸਿਰ ਦੇ ਉੱਤੇ ਸਾਰੇ ਜਿੰਨੇ ਵੀ ਇਸ ਤਰ੍ਹਾਂ ਦੇ ਨਾਲ ਉਪਦਰਵ ਨੇ ਉਹ ਆ ਕਰਕੇ ਚੜ ਜਾਣਗੇ। ਜਦੋਂ ਬਹੁਤ ਵੱਡਾ ਅਪਰਾਧ ਇਹਨਾਂ ਦੇ ਸਿਰ ਤੇ ਆ ਗਿਆ, ਫਿਰ ਇਹ ਸਜ਼ਾ ਦੇਣ ਦੇ ਦੁਸ਼ਮਣ ਜਿਹੜੇ ਯੋਗ ਹੋਣਗੇ। ਸ੍ਰੀ ਹਰਿ ਗੋਬਿੰਦ ਚੰਦ ਬਿਲੰਦੈ। ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਡੇ ਸਾਹਿਬਜ਼ਾਦੇ ਜਦੋਂ ਬਲੰਦੈ ਦਾ ਅਰਥ ਬਲ ਵਾਲੇ ਗੁਰੂ ਹੋ ਜਾਣਗੇ, ਮੀਰੀ ਪੀਰੀ ਦੇ ਮਾਲਕ ਬਣਨਗੇ। ਸੰਕਟ ਦੇਹ ਦੁਸ਼ਟ ਹੱਥ ਬ੍ਰਿੰਦੇ। ਉਸ ਵੇਲੇ ਸੰਕਟ ਦੁੱਖ ਦੇ ਕਰਕੇ ਇਹਨਾਂ ਚੰਦੂ ਵਰਗਿਆਂ ਦਾ ਇਸ਼ਾਰਾ ਸਤਿਗੁਰੂ ਕਰਦੇ ਨੇ। ਦੁਸ਼ਟਾਂ ਨੂੰ ਬਹੁਤ ਭਾਰੀ ਸਜ਼ਾ ਦੇਣਗੇ। ਨੱਕ ਦੇ ਵਿੱਚ ਨਕੇਲਾਂ ਪਾ ਕਰਕੇ ਦਿੱਲੀ, ਅੰਮ੍ਰਿਤਸਰ ਤੇ ਲਾਹੌਰ ਦੀਆਂ ਗਲੀਆਂ ਗਲੀਆਂ ਦੇ ਵਿੱਚ ਫੇਰਨਗੇ ਦੁਸ਼ਟਾਂ ਨੂੰ। ਸੁਨ ਤੇ ਅਰਥ ਮਲ ਬੂਝਨ ਕਰੇ। ਜਦੋਂ ਇਹ ਭਵਿੱਖਤ ਵਾਰਤਾ ਸਾਰੀ ਸਤਿਗੁਰੂ ਜੀ ਆਪਣੀ ਰਸਨਾ ਤੋਂ ਬਾਬਾ ਅਰਥ ਮੱਲ ਜੀ ਨੂੰ ਕਹਿ ਕੇ ਸੁਣਾਈ ਜਾਂਦੇ ਨੇ, ਤਾਂ ਬਾਬਾ ਅਰਥ ਮੱਲ ਜੀ ਨੇ ਹੱਥ ਜੋੜ ਕੇ ਪੁੱਛਣਾ ਕੀਤਾ। ਕਹੋ ਮੋਹੇ ਕਿਮ ਤਨ ਪਰ ਹਰੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਇੰਨੀ ਕੋ ਕਿਰਪਾ ਕਰਕੇ ਮੈਨੂੰ ਦੱਸ ਦਿਓ ਕਿ ਆਪ ਜੀ ਦਾ ਜਿਹੜਾ ਤਨ ਸਰੀਰ ਹੈ ਇਹ ਕਿਵੇਂ ਤੁਸੀਂ ਤਿਆਗਣਾ ਕਰੋਗੇ। ਸ੍ਰੀ ਅਰਜਨ ਸਭ ਗਾਥ ਬਖਾਨੀ। ਉਸ ਵੇਲੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਰੀ ਗਾਥ ਜਿਹੜੀ ਕਥਾ ਹੈ, ਸਾਰਾ ਪ੍ਰਸੰਗੇ ਖੋਲ ਕਰਕੇ ਸੁਣਾ ਦਿੱਤਾ। ਚੰਦੂ ਦੂਤੀ ਕਰਤ ਮਹਾਨੀ। ਸਤਿਗੁਰੂ ਜੀ ਕਹਿੰਦੇ ਬਾਬਾ ਅਰਥ ਮੱਲ ਜੀ ਜਿਹੜਾ ਚੰਦੂ ਹੈ, ਬਾਦਸ਼ਾਹ ਦਾ ਦੀਵਾਨ ਬਣਿਆ ਹੋਇਆ, ਇਹ ਬਹੁਤ ਤਰ੍ਹਾਂ ਦੀਆਂ ਦੂਤੀ ਚੁਗਲੀਆਂ ਕਰਦਾ ਹੈ। ਪ੍ਰਥਮ ਕਹਿਤ ਇਹ ਚੋਰ ਲਗਾਵੇ। ਪਹਿਲਾਂ ਇਹਨੇ ਜਾ ਕਰਕੇ ਬਾਦਸ਼ਾਹ ਦੇ ਜਹਾਂਗੀਰ ਦੇ ਕੰਨ ਭਰਨਾ ਕੀਤੇ। ਕਹਿਣ ਲੱਗਿਆ ਜਾ ਕੇ ਕਿ ਗੁਰੂ ਅਰਜਨ ਦੇਵ ਸਾਹਿਬ ਨੇ
ਆਪਣੇ ਕੋਲ ਚੋਰ ਡਾਕੂ ਤੇ ਧਾੜਵੀ ਰੱਖੇ ਨੇ। ਇਲਾਕੇ ਦੇ ਵਿੱਚ ਚੋਰੀਆਂ ਕਰਵਾ ਕੇ ਧਨ ਇਕੱਠਾ ਕਰਦੇ ਹਨ। ਸਾਹੋ ਸਮਾਜ ਮਿਲੇ ਚੁਰਵਾਵੇ। ਇਹ ਬਾਦਸ਼ਾਹ ਦਾ ਜਿੰਨਾ ਵੀ ਸਾਜੋ ਸਮਾਨ ਕੋਈ ਚੋਰੀ ਹੋ ਜਾਂਦਾ ਤੇ ਉਹ ਸਾਰਾ ਗੁਰੂ ਅਰਜਨ ਦੇਵ ਸਾਹਿਬ ਦੇ ਜਿਹੜੇ ਚੋਰ ਰੱਖੇ ਨੇ ਉਹਨਾਂ ਕੋਲੋਂ ਸਤਿਗੁਰੂ ਚੋਰੀ ਕਰਵਾਉਂਦੇ ਹਨ। ਪੁਨਿ ਸਜਾਦਾ ਇੱਕ ਚੱਲ ਆਇਓ। ਫਿਰ ਇਸ ਪ੍ਰਕਾਰ ਦੇਖੋ ਤੁਹਾਡਾ ਜਿਹੜਾ ਸਜਾਦਾ ਪੁੱਤਰ ਸੀ ਚੱਲ ਕਰਕੇ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਖੁਸਰੋ ਆ ਗਿਆ। ਦੀਨ ਜਾਨ ਤੇ ਭੋਜਨ ਖਵਾਇਓ। ਉਹਨੂੰ ਬੜਾ ਦੀਨ ਜਿਹੜਾ ਦੁਖੀ ਜਾਣ ਕਰਕੇ ਗਰੀਬ ਜਾਣ ਕਰਕੇ ਭੋਜਨ ਖਵਾਇਆ। ਸਤਿਗੁਰਾਂ ਨੇ ਆਓ ਭਗਤ ਕੀਤੀ, ਪ੍ਰਾਹੁਣਚਾਰੀ ਕੀਤੀ ਹੈ। ਇਹ ਦੂਤੀ ਕੀ ਨਸਮਤ ਮੰਦ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੰਦੀ ਅਕਲ ਵਾਲੇ ਚੰਦੂ ਨੇ ਦੂਤੀ ਚੁਗਲੀਆਂ ਕੀਤੀਆਂ। ਬਾਦਸ਼ਾਹ ਰਾਜੇ ਲੋਕ ਕੰਨਾਂ ਦੇ ਕੱਚੇ ਹੁੰਦੇ ਨੇ, ਚੁਗਲਖੋਰਾਂ ਦੇ ਬੋਲਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਸ਼ਾਹੋ ਸਿਖਾਏ ਰਿਸਾਏ ਬਿਲੰਦ। ਇਸ ਤਰ੍ਹਾਂ ਦੀ ਸਿੱਖਿਆ ਦੇ ਕਰਕੇ ਬਾਦਸ਼ਾਹ ਨੂੰ ਸਾਡੇ ਤੇ ਬਹੁਤ ਜ਼ਿਆਦਾ ਰਸਾਏ ਨਾਰਾਜ਼ ਕਰ ਦਿੱਤਾ ਤੇ ਗੁੱਸੇ ਕਰ ਦਿੱਤਾ ਹੈ। 2 ਲੱਖ ਲਿਖ ਦੰਡ ਪਠਾਇਓ। ਉਸ ਵੇਲੇ ਬਾਦਸ਼ਾਹ ਜਹਾਂਗੀਰ ਨੇ ਕੋਈ ਕਿਸੇ ਦਾ ਇਸ ਤਰ੍ਹਾਂ ਪੱਖ ਨਹੀਂ ਵੇਖਣਾ ਕੀਤਾ, ਕਿਸੇ ਦੀ ਗੱਲ ਨਹੀਂ ਸੁਣੀ। ਕਾਗਜ਼ ਦੇ ਉੱਪਰ ਚਿੱਠੀ ਜਿਹੜੀ ਲਿਖ ਕਰਕੇ 2 ਲੱਖ ਜੁਰਮਾਨਾ ਸਾਨੂੰ ਭੇਜ ਦਿੱਤਾ ਹੈ। ਅਹਦੀ ਲੈ ਹਮਰੇ ਟਿਗ ਆਇਓ। ਬਾਦਸ਼ਾਹ ਦਾ ਅਹਿਦੀ ਜਿਹੜਾ ਸਿਪਾਹੀ ਮਨੁੱਖ ਸੀ, ਸਰਕਾਰੀ ਬੰਦਾ, ਉਹ ਚਿੱਠੀ ਲੈ ਕੇ ਸਾਡੇ ਕੋਲ ਆ ਗਿਆ। ਜਾਤੀ ਮਹਾ ਦੁਸ਼ਟ ਹੈ ਇਹੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਚੰਦੂ ਬਹੁਤ ਭਾਰੀ ਦੁਸ਼ਟ ਬੰਦਾ ਜਿਹੜਾ ਚੁਗਲੀ ਕਰ ਕਰਕੇ ਈਰਖਾ ਦੀ ਅੱਗ ਦੇ ਭਾਂਬੜ ਬਣਾ ਦਿੰਦਾ। ਦੋਸ਼ ਤਜਨ ਤਨ ਸਿਰ ਇਸ ਦੇਹੀ। ਜਿਹੜਾ ਸਾਡੇ ਤਨ ਨੂੰ ਤਿਆਗਣ ਦਾ ਐਸਾ ਦੋਸ਼ ਹੋਵੇਗਾ ਉਹ ਸਾਰਾ ਇਹ ਚੁਗਲਖੋਰ ਚੰਦੂ ਦੇ ਸਿਰ ਦੇ ਉੱਤੇ ਹੀ ਮੜਿਆ ਜਾਵੇਗਾ। ਪੁਨ ਹਮਰੇ ਨਾਨੇ ਬਚ ਕਹਿਓ। ਫਿਰ ਸਾਡੇ ਜਿਹੜੇ ਸਤਿਕਾਰਯੋਗ ਨਾਨਾ ਧੰਨ ਪਿਤਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਡੀ ਮਾਤਾ ਸਤਿਕਾਰਯੋਗ ਮਾਤਾ ਭਾਨੀ ਜੀ ਨੂੰ ਜਿਹੜੇ ਬਚਨ ਕਹੇ ਸਨ। ਮਾਤਾ ਨੇ ਜਬ ਹੀ ਬਰ ਲਹਿਓ। ਜਦੋਂ ਮਾਤਾ ਜੀ ਸਾਡੇ ਉਹ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ਼ਨਾਨ ਕਰਵਾਉਂਦੇ ਸਨ, ਚੌਂਕੀ ਟੁੱਟ ਗਈ ਤੇ ਚੌਂਕੀ ਦਾ ਜਿਹੜਾ ਕਿੱਲ ਸੀ, ਮੇਖ ਸੀ, ਉਹ ਮਾਤਾ ਜੀ ਦੇ ਚਰਨਾਂ ਵਿੱਚ ਆ ਕੇ ਲੱਗੀ। ਕੋਈ ਪਰਵਾਹ ਨਹੀਂ ਕੀਤੀ, ਖੂਨ ਵਗਦਾ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਵੇਖਿਆ। ਪੁੱਛਣ ਲੱਗੇ ਪੁੱਤਰੀ ਕੀ ਹੋਇਆ ਹੈ? ਤਾਂ ਉਸ ਵੇਲੇ ਜਦੋਂ ਵੇਖਿਆ ਕਿ ਚੌਂਕੀ ਦਾ ਜਿਹੜਾ ਪਾਵਾ ਉਹਦਾ ਕਿੱਲ ਸੀ ਚਰਨਾਂ ਵਿੱਚ ਖੁੱਭ ਚੁੱਕਿਆ, ਸਤਿਗੁਰੂ ਪਾਤਸ਼ਾਹ ਕਹਿੰਦੇ ਪੁੱਤਰੀ ਤੇਰੀ ਸੇਵਾ ਤੋਂ ਬੜੇ ਪ੍ਰਸੰਨ ਹਾਂ। ਅੱਜ ਜੋ ਮੂੰਹੋਂ ਮੰਗ ਲਵੇਂਗੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਤੈਨੂੰ ਇਨਕਾਰ ਨਹੀਂ ਹੋਵੇਗਾ। ਫਿਰ ਉੱਥੇ ਸਤਿਕਾਰਯੋਗ ਮਾਤਾ ਭਾਨੀ ਜੀ ਨੇ ਇਹ ਬੇਨਤੀ ਕੀਤੀ ਸੀ, ਪਿਤਾ ਜੀ ਜੇ ਪ੍ਰਸੰਨਤਾ ਦੇ ਘਰ ਵਿੱਚ ਆਏ ਹੋ ਤਾਂ ਇਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਆਪ ਜੀ ਦੇ ਕੋਲ, ਇਹ ਮੇਰੇ ਪਰਿਵਾਰ ਦੀ ਝੋਲੀ ਵਿੱਚ ਪਾ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਹਿ ਦਿੱਤਾ ਸੀ, ਪੁੱਤਰੀ ਅੱਜ ਤੈਨੂੰ ਕੋਈ ਇਨਕਾਰ ਨਹੀਂ ਬਚਨਾਂ ਤੋਂ, ਇਹ ਤੇਰੀ ਝੋਲੀ ਵਿੱਚ ਦਾਤ ਪਾ ਦਿੱਤੀ ਹੈ। ਪਰੰਤੂ ਜਿਹੜੇ ਕਸ਼ਟ ਵੀ ਪਰਿਵਾਰ ਦੇ ਉੱਤੇ ਬਹੁਤ ਆਉਣਗੇ, ਉਹ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਨਿੱਕੀਆਂ ਜਿੰਦਾਂ ਨੇ, ਵੱਡੇ ਸਾਕੇ ਕਰਨੇ, ਇਹ ਗੁਰੂ ਅਮਰਦਾਸ ਮਹਾਰਾਜ ਦੇ ਜਿਹੜੇ ਪਾਵਨ ਬਚਨ ਨੇ। ਸਰਵੰਸ ਸਾਰਾ ਸਤਿਗੁਰੂ ਪਾਤਸ਼ਾਹ ਕਲਗੀਧਰ ਪਿਤਾ ਨੇ ਬਾਰ ਦੇਣਾ, ਇਹ ਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਤੇ ਪਹਿਰੇ ਦਿੱਤੇ। ਇੱਥੇ ਵੀ ਹੁਣ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਹਨਾਂ ਬਚਨਾਂ ਨੂੰ ਯਾਦ ਕਰਕੇ ਬਾਬਾ ਅਰਥਮਲ ਜੀ ਨੂੰ ਦੱਸਦੇ ਨੇ ਕਿ ਕਹਿੰਦੇ ਜਿਸ ਵੇਲੇ ਸਾਡੇ ਮਾਤਾ ਭਾਨੀ ਜੀ ਨੇ ਪਿਤਾ ਜੀ ਦੀ ਸੇਵਾ ਕੀਤੀ, ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਪ੍ਰਸੰਨ ਹੋ ਕਰਕੇ ਜਿਹੜੇ ਬਚਨ ਕਹਿ ਦਿੱਤੇ ਸਨ। ਗੁਰਤਾ ਰਹਿ ਹਮਾਰੇ ਘਰ ਮੈਂ। ਮਾਤਾ ਜੀ ਨੇ ਉਸ ਵੇਲੇ ਮਾਤਾ ਭਾਨੀ ਜੀ ਨੇ ਕਿਹਾ ਸੀ, ਪਿਤਾ ਜੀ ਸਾਡੇ ਘਰ ਦੇ ਅੰਦਰ ਹੀ ਐਸੀ ਜਿਹੜੀ ਬਖਸ਼ਿਸ਼ ਹੈ ਗੁਰੂ ਨਾਨਕ ਦੇ ਦਰ ਦੀ, ਇਹ ਰਹਿਣੀ ਕਰੇ। ਅਬ ਨਹਿ ਜਾਵੇ ਬੰਸ ਅਪਰ ਮੈਂ। ਤੇ ਇਸ ਪ੍ਰਕਾਰ ਦੇ ਨਾਲ ਸਤਿਗੁਰਾਂ ਨੇ ਕਹਿ ਦਿੱਤਾ ਸੀ ਇਸੇ ਪ੍ਰਕਾਰ ਹੀ ਪੁੱਤਰੀ ਹੋਵੇਗਾ। ਇਹ ਜਿਹੜੀ ਐਸੀ ਬਖਸ਼ਿਸ਼ ਹੈ ਹੋਰ ਕਿਸੇ ਦੇ ਪਾਸ ਨਹੀਂ ਜਾਣਾ ਕਰੇਗੀ। ਫਿਰ ਸੋਢ ਵੰਸ਼ ਦੇ ਅੰਦਰ ਹੀ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਨਾਲ ਇਹ ਗੁਰਤਾ ਗੱਦੀ ਜਿਹੜੀ ਚੱਲਦੀ ਆਈ।
ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਅੱਗੇ ਕਹਿ ਦਿੱਤਾ ਸੀ ਕਿ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਨਵਾਇਆ, ਗੁਰਤਾ ਗੱਦੀ ਬਖਸ਼ਿਸ਼ ਕਰਕੇ ਸਮੁੱਚੇ ਪੰਥ ਨੂੰ ਗੁਰੂ ਦੇ ਲੜ ਲਾ ਦਿੱਤਾ। ਉਸ ਤੋਂ ਪਹਿਲਾਂ ਜਿਹੜੇ ਸਰੂਪ ਚੌਥੇ ਪਾਤਸ਼ਾਹ ਤੋਂ ਲੈ ਕਰਕੇ ਇਸ ਪ੍ਰਕਾਰ ਵਰਤੇ ਨੇ 10ਵੇਂ ਪਾਤਸ਼ਾਹ ਦੇ ਤੱਕ ਵਿਅਕਤੀਗਤ ਸਰੂਪਾਂ ਦੇ ਅੰਦਰ, ਇਹ ਸਾਰੇ ਸੋਢ ਬੰਸ ਦੇ ਅੰਦਰ ਹੀ ਵਰਤੇ ਹਨ। ਸੋ ਉਹ ਬਚਨ ਇੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਕਿ ਨਾਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਰ ਦਿੱਤੇ ਸਨ, ਪੁੱਤਰੀ ਇਹ ਜਿਹੜੀ ਬਖਸ਼ਿਸ਼ ਹੈ ਹੋਰ ਕਿਸੇ ਦੇ ਪਾਸ ਇਹ ਨਹੀਂ ਜਾਣਾ ਕਰੇਗੀ। ਸਲਤਾ ਜਲ ਚਲਤਾ ਤੁਮ ਰੋਕਿਓ, ਕਹਿ ਦਿੱਤਾ ਸੀ ਪੁੱਤਰੀ ਜਿਵੇਂ ਕੋਈ ਨਦੀ ਦਾ ਪਾਣੀ ਜਾਂਦਾ ਹੋਵੇ ਤੇ ਉਹਨੂੰ ਬੰਨ ਮਾਰ ਕੇ ਕੋਈ ਰੋਕ ਲੈਣਾ ਕਰੇ, ਇਸੇ ਪ੍ਰਕਾਰ ਇਹ ਗੁਰੂ ਨਾਨਕ ਦੇ ਬਖਸ਼ਿਸ਼ ਦਾ ਜਿਹੜਾ ਐਸਾ ਪ੍ਰਵਾਹ ਚੱਲਦਾ ਸੀ ਤੇ ਇਹ ਤੁਸਾਂ ਨੇ ਬੰਨ ਮਾਰ ਕਰਕੇ ਸੇਵਾ ਦਾ ਰੋਕ ਲਿਆ। ਹੋਏ ਹੈ ਸੰਕਟ ਏਵ ਬਿਲੋਕਿਓ, ਪਰੰਤੂ ਇਹ ਬਖਸ਼ਿਸ਼ ਤਾਂ ਤੁਹਾਡੀ ਝੋਲੀ ਵਿੱਚ ਆ ਕਰਕੇ ਪੈ ਜਾਣਾ ਕੀਤੀ ਤੇ ਨਾਲ ਸੰਕਟ ਬਹੁਤ ਭਾਰੀ ਆਉਣਾ ਕਰਨਗੇ। ਫਿਰ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਤੱਤੀਆਂ ਤਵੀਆਂ ਤੇ ਚੌਂਕੜੇ ਲੱਗਦੇ ਨੇ। ਕਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਾ ਕਰ ਕੇ ਬੈਠਦੇ ਨੇ, ਜਲਾਦ ਤਲਵਾਰ ਦਾ ਵਾਰ ਸਤਿਗੁਰਾਂ ਦੀ ਧੜ ਦੇ ਉੱਪਰ ਕਰਦੇ ਹਨ। ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਨੰਦਪੁਰ ਦੇ ਕਿਲੇ ਵਿੱਚ ਕਿਵੇਂ ਭੁੱਖਣ ਭਾਣੇ ਸਿੰਘਾਂ ਦੇ ਸਮੇਤ 6 ਮਹੀਨੇ ਗੁਜ਼ਾਰੇ। ਮਾਤਾ ਗੁਜਰ ਕੌਰ ਜੀ ਹੋਰ ਸਿੰਘਾਂ ਦੇ ਕਹਿਣ ਤੋਂ ਤੇ ਜਦੋਂ ਆਨੰਦਪੁਰ ਦਾ ਕਿਲਾ ਛੱਡ ਦਿੱਤਾ, ਕਿਲਾ ਛੱਡਦਿਆਂ ਸਾਰੀ ਐਸਾ ਮਹਾਨ ਜੰਗ ਸ਼ੁਰੂ ਹੋ ਗਿਆ, ਉੱਥੋਂ ਹੀ ਸਿੰਘਾਂ ਦੀਆਂ ਸ਼ਹੀਦੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਫਿਰ ਦੇਖੋ ਸਤਿਗੁਰੂ ਪਾਤਸ਼ਾਹ ਦਾ ਜਦੋਂ ਜੀਵਨ ਪੜ੍ਹਦੇ ਤੇ 14 ਜੰਗਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪ੍ਰਮੁੱਖ ਕੀਤੀਆਂ। ਥੋੜ੍ਹੀ ਬਹੁਤੀ ਜੰਗ ਤੇ ਰੋਜ਼ਾਨਾ ਹੀ ਆਨੰਦਾਂ ਦੀ ਪੁਰੀ ਵਿੱਚ ਹੋਇਆ ਕਰਦੀ ਸੀ। 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਤਿਹ ਕੀਤੀਆਂ। ਇਹ ਜਿਹੜੇ ਇਸ ਪ੍ਰਕਾਰ ਦੇ ਨਾਲ ਦੁਸ਼ਟਾਂ ਨੇ ਹਮਲੇ ਕੀਤੇ ਆ ਕਰਕੇ ਇਹ ਪਰਿਵਾਰ ਦੇ ਉੱਤੇ ਬਹੁਤ ਭਾਰੀ ਸੰਕਟ ਆਉਂਦੇ ਰਹੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਨਾਨਾ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ, ਪੁੱਤਰੀ ਤੁਸਾਂ ਨੇ ਇਹ ਗੁਰੂ ਨਾਨਕ ਦੇ ਦਰ ਦੀ ਜਿਹੜੀ ਬਖਸ਼ਿਸ਼ ਦੀ ਨਦੀ ਦਾ ਪ੍ਰਵਾਹ ਚੱਲਦਾ ਸੀ, ਸੇਵਾ ਦਾ ਬੰਨ ਲਾ ਕਰਕੇ ਰੋਕ ਲਿਆ ਤੇ ਕਸ਼ਟ ਵੀ ਬੜੇ ਆਉਣਗੇ, ਪਰਿਵਾਰ ਦੇ ਉੱਤੇ ਦੁੱਖਾਂ ਦੀਆਂ ਘੜੀਆਂ ਵੀ ਆਉਣਗੀਆਂ। ਸੋ ਆਪ ਪੂਰੇ ਕਰੇ ਹਮ ਸਾਚੇ, ਉਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਜ ਸਫੁਰਨ ਹੋ ਰਹੇ ਨੇ। ਅਸੀਂ ਉਹਨਾਂ ਬਚਨਾਂ ਨੂੰ ਸੱਚੇ ਕਰਕੇ ਵਿਖਾਵਾਂਗੇ। ਸਮੇਂ ਨਿਕਟ ਤੇ ਤਨ ਨਹਿ ਬਾਚੇ, ਇਸ ਲਈ ਸਮਾਂ ਬਹੁਤ ਨਿਕਟ ਨੇੜੇ ਆ ਚੁੱਕਿਆ। ਸਤਿਗੁਰੂ ਜੀ ਕਹਿੰਦੇ ਤਨ ਕਰਕੇ ਕਦੇ ਬਚਾ ਨਹੀਂ ਹੋਵੇਗਾ। ਸੋ ਸਭ ਕਾਰਨ ਆਏ ਮਿਲੇ ਹੈ, ਇਸ ਲਈ ਉਹ ਸਾਰੇ ਜਿਹੜੇ ਕਾਰਨ ਬਣਦੇ ਨੇ 3 ਚੀਜ਼ਾਂ ਹੋਇਆ ਕਰਦੀਆਂ, ਦੇਸ਼ ਕਾਲ ਤੇ ਵਸਤੂ। ਜਦੋਂ ਤਿੰਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਤਾਂ ਸਾਧ ਸੰਗਤ ਫਿਰ ਸਰੀਰ ਦਾ ਅੰਤ ਹੁੰਦਾ ਹੈ। ਇਹ ਸਤਿਗੁਰੂ ਪਾਤਸ਼ਾਹ ਕਹਿੰਦੇ ਦੇਸ਼ ਕਾਲ ਤੇ ਵਸਤੂ ਤਿੰਨਾਂ ਦਾ ਕਾਰਨ ਬਣਦਾ ਜਾ ਰਿਹਾ। ਦੇਸ਼ ਹੁੰਦਾ ਜਿਹੜੇ ਇਲਾਕੇ ਵਿੱਚ ਸਰੀਰ ਆ ਕਰਕੇ ਛੁੱਟਣਾ, ਤੇ ਸਤਿਗੁਰੂ ਪਾਤਸ਼ਾਹ ਆਪ ਅੱਜ ਲਾਹੌਰ ਨੂੰ ਚੱਲ ਕੇ ਆਏ ਨੇ। ਫਿਰ ਜਿਹੜਾ ਸਾਧ ਸੰਗਤ ਜੀ ਕਾਲ ਸਮਾਂ ਹੁੰਦਾ, ਉਹ ਵੀ ਸਤਿਗੁਰੂ ਕਹਿੰਦੇ ਦਿਨ ਨੇੜੇ ਆਉਂਦੇ ਜਾਂਦੇ ਨੇ ਤੇ ਵਸਤੂ ਹੋਇਆ ਕਰਦੀ ਜਿਹਦਾ ਕੋਈ ਬਹਾਨਾ ਬਣਦਾ ਹੈ। ਤੱਤੀ ਤਵੀ ਦਾ ਬਹਾਨਾ ਬਣਨਾ, ਚੰਦੂ ਦੁਸ਼ਟ ਦੇ ਸਿਰ ਦੇ ਉੱਤੇ ਅਪਰਾਧ ਚੜ੍ਹਨੇ ਹਨ, ਇਹ ਕਾਰਨ ਵੀ ਬਣਦੇ ਜਾ ਰਹੇ ਨੇ। ਸਰੀਰ ਤਿਆਗਣ ਦੇ ਕਾਰਨ ਵੀ ਸਤਿਗੁਰੂ ਕਹਿੰਦੇ ਸਾਰੇ ਬਣ ਚੁੱਕੇ ਹਨ। ਅਬ ਤਨ ਤਿਆਗਨ ਲਖਿਓ ਭਲੇ ਹੈ, ਹੁਣ ਤਾਂ ਬਾਬਾ ਅਰਥ ਮੱਲ ਜੀ ਜਿਹੜਾ ਤਨ ਸਰੀਰ ਹੈ ਇਹ ਤਿਆਗ ਦੇਣਾ ਹੀ ਭਲਾ ਚੰਗਾ ਹੋਵੇਗਾ। ਸੁਨਤੇ ਅਰਥ ਮਲ ਸ਼ੋਕ ਵਿਸਾਲਾ, ਐਸੇ ਸਤਿਗੁਰਾਂ ਦੇ ਜਦੋਂ ਬਚਨ ਸੁਣੇ ਬਾਬਾ ਅਰਥ ਮੱਲ ਜੀ ਬਹੁਤ ਭਾਰੀ ਸ਼ੋਕ ਦੇ ਵਿੱਚ ਡੁੱਬ ਗਏ। ਰੁਚਿਰ ਬਿਲੋਚਨ ਤੇ ਜਲ ਡਾਲਾ, ਜਿਹੜੇ ਸੋਹਣੇ
ਮਿੱਤਰ ਸੀ ਬਾਬਾ ਅਰਥ ਮਲ ਜੀ ਦੇ, ਉਹਨਾਂ ਵਿੱਚੋਂ ਤ੍ਰਿਪ ਤ੍ਰਿਪ ਕਰਕੇ ਹੰਝੂ ਡਿੱਗਦੇ ਹਨ। हे ਪ੍ਰਭ ਤੁਮ ਅਲੇਪ ਸਭ ਸਮੋ। ਹੇ ਪ੍ਰਭੂ ਵਿਆਪਕ ਸਰੂਪ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀ ਤੇ ਸਾਰਿਆਂ ਸਮਿਆਂ ਦੇ ਵਿੱਚ ਹੀ ਅਲੇਪ ਹੋ। ਅਲੇਪ ਹੁੰਦਾ ਜਿਹਦੇ ਤੇ ਮਾਇਆ ਕਦੇ ਲੁਪਾਇਮਾਨ ਨਾ ਹੋਵੇ, ਮਾਇਆ ਦਾ ਪ੍ਰਭਾਵ ਨਾ ਜਿਸ ਦੇ ਉੱਤੇ ਪੈਣਾ ਕਰੇ। ਦਰਸ ਲਾਭ ਸੁਖ ਜੋ ਵੱਡ ਹਮੈ। ਜਿਹੜਾ ਆਪ ਜੀ ਦੇ ਦਰਸ਼ਨਾਂ ਦਾ ਲਾਭ ਸੀ, ਸਾਡੇ ਵਰਗਿਆਂ ਨੂੰ ਬਹੁਤ ਭਾਰੀ ਉਹ ਲਾਭ ਪ੍ਰਾਪਤ ਹੋਇਆ ਕਰਦਾ ਹੈ। ਸਿੱਖ ਸੰਗਤ ਸਭ ਰਹਿ ਬਿਸੂਰਤ। ਸਤਿਗੁਰੂ ਪਾਤਸ਼ਾਹ ਜੀ ਜਿਹੜੀਆਂ ਸਿੱਖ ਸੰਗਤਾਂ ਨੇ ਇਹ ਤਾਂ ਬਸੂਰਤ ਝੋਰਾ ਕਰਦੀਆਂ ਰਹਿਣਗੀਆਂ, ਆਪ ਜੀ ਦੇ ਦਰਸ਼ਨ ਕਿੱਥੋਂ ਪ੍ਰਾਪਤ ਕਰਾਂਗੇ। ਕਰਤ ਪ੍ਰੇਮ ਹੀਰਤ ਤੁਮ ਮੂਰਤ। ਆਪ ਜੀ ਦੇ ਸੁੰਦਰ ਸਰੂਪ ਨੂੰ ਬੜਾ ਪ੍ਰੇਮ ਕਰਕੇ ਪਿਆਰ ਦੇ ਨਾਲ ਅਸੀਂ ਵੇਖਣਾ ਕਰਦੇ ਹਾਂ, ਨੂਰਾਨੀ ਚਿਹਰੇ ਨੂੰ। ਕਰਹੁ ਅਨੇਕਨ ਕੋ ਕਲਿਆਣ। ਬਾਕੀ ਆਪ ਜੀ ਬਚਨਾਂ ਦੇ ਨਾਲ ਅਨੇਕਾਂ ਜੀਵਾਂ ਦੀ ਕਲਿਆਣ ਕਰਦੇ, ਮੁਕਤੀ ਕਰ ਦਿੰਦੇ ਹੋ। ਭਾਰੀ ਉਪਕਾਰੀ ਸਦਾ ਮਹਾਨ। ਤੁਸੀਂ ਹਮੇਸ਼ਾ ਵਾਸਤੇ ਪਿਛਲੇ ਕਾਲ ਭੂਤ ਕਾਲ ਵਿੱਚ ਵੀ, ਵਰਤਮਾਨ ਵਿੱਚ ਵੀ, ਭਵਿੱਖਤ ਸਮੇਂ ਵਿੱਚ ਵੀ ਤੁਸੀਂ ਪਰਉਪਕਾਰੀ ਹੋ ਤਿੰਨਾਂ ਸਮਿਆਂ ਅੰਦਰ। ਤੁਰਕ ਜੁਗਤ ਚੰਦੂ ਦੁਖ ਪਾਵੇ। ਬਾਕੀ ਇਸ ਤਰ੍ਹਾਂ ਜਿਹੜਾ ਤੁਰਕਾਂ ਦੇ ਸੰਜੋਗਤ ਜਹਾਂਗੀਰ ਤੇ ਹੋਰ ਅਨੇਕਾਂ ਐਸੇ ਮੁਸਲਮਾਨ ਜਿਹੜੇ ਤੁਰਕਾਂ ਦੇ ਸੰਜੋਗਤ, ਇਹ ਚੰਦੂ ਬਹੁਤ ਭਾਰੀ ਦੁੱਖਾਂ ਨੂੰ ਪਾਵੇ, ਪਾਉਣਾ ਕਰੇਗਾ। ਹਰਖ ਧਰਤੀ ਔਰ ਬਿਖ ਕੋ ਖਾਵੇ। ਇਹ ਤਾਂ ਹੁਣ ਹਰਖ ਬਹੁਤ ਹੀ ਮਨ ਵਿੱਚ ਪ੍ਰਸੰਨਤਾ ਧਾਰਨ ਕਰਦਾ ਵੀ ਮੈਂ ਸਤਿਗੁਰੂ ਪਾਤਸ਼ਾਹ ਦੇ ਨਾਲ ਬੈਰ ਕਮਾਉਂਦਾ ਹਾਂ, ਪਰੰਤੂ ਇਸ ਪਾਗਲ ਬੰਦੇ ਨੂੰ ਇਹ ਨਹੀਂ ਪਤਾ ਮੈਂ ਤੇ ਜ਼ਹਿਰ ਖਾਈ ਜਾਂਦਾ ਹਾਂ। ਜਿਵੇਂ ਕੋਈ ਘੜਾ ਜ਼ਹਿਰ ਦਾ ਭਰਿਆ ਹੋਵੇ, ਉਹਦੇ ਉੱਪਰ ਕੋਈ ਮਠਾਸ, ਕੋਈ ਮਠਿਆਈ, ਮਿੱਠਾ ਦੁੱਧ ਪਾ ਦੇਵੇ ਤੇ ਮਨੁੱਖ ਭੁਲੇਖੇ ਨਾਲ ਖਾਈ ਜਾਵੇ ਵੀ ਇਹ ਸਾਰਾ ਹੀ ਮਠਾਸ ਦਾ ਭਰਿਆ ਹੈ। ਜਿਵੇਂ ਜਿਵੇਂ ਜ਼ਹਿਰ ਅੰਦਰ ਜਾਂਦੀ ਮਨੁੱਖ ਦਾ ਹਿਰਦਾ ਪਾੜੀ ਜਾਂਦੀ ਹੈ। ਤੇ ਇਸੇ ਪ੍ਰਕਾਰ ਸਤਿਗੁਰੂ ਦੇ ਨਾਲ ਜਿਹੜਾ ਵੈਰ ਕਰਨਾ, ਗੁਰੂ ਦੀ ਨਿੰਦਿਆ ਦੀ ਐਸੀ ਜ਼ਹਿਰ ਖਾਈ ਜਾਂਦਾ, ਤੇ ਪਰੰਤੂ ਇਹਦਾ ਦੁੱਖ ਜਿਹੜਾ ਬਹੁਤ ਭਾਰੀ ਝੱਲਣਾ ਪਵੇਗਾ। ਇਹਦਾ ਹਿਰਦਾ ਫਟ ਜਾਣਾ ਕਰੇਗਾ, ਦੁਸ਼ਟ ਬੰਦੇ ਦਾ ਜ਼ਹਿਰ ਖਾਂਦਾ ਹੈ। ਜਬ ਘਟ ਅੰਤਰ ਪਹੁੰਚੇ ਜਾਈ। ਜਦੋਂ ਕੋਈ ਜ਼ਹਿਰ ਮਨੁੱਖ ਦੇ ਮੁਖ ਰਾਹੀਂ ਨਿਕਲ ਕਰਕੇ ਘਟ ਹਿਰਦੇ ਦੇ ਵਿੱਚ ਚਲੀ ਜਾਂਦੀ ਹੈ। ਸੁਖ ਅੰਗ ਪ੍ਰਾਨ ਬਿਨ ਸਾਈ। ਮਨੁੱਖ ਦੇ ਜਿਹੜੇ ਕੋਮਲ ਅੰਗ ਹੋਇਆ ਕਰਦੇ, ਉਹਨਾਂ ਨੂੰ ਸੋਖ ਸੁੰਗੜ ਦਿੰਦੀ, ਪਾੜ ਦਿੰਦੀ ਹੈ। ਦਿਲ ਫਟ ਜਾਂਦਾ ਜਿਹੜੇ ਕੋਈ ਜ਼ਹਿਰ ਖਾ ਕੇ ਆਤਮ ਹੱਤਿਆ ਕਰਦੇ, ਉਸ ਵੇਲੇ ਦੇਖੋ ਸਰੀਰ ਉਹਦਾ ਕਿਵੇਂ ਤੜਫਦਾ ਹੈ। ਤੇ ਇਸ ਲਈ ਸਾਧ ਸੰਗਤ ਜੀ ਜਿਹੜੇ ਸਾਡੇ ਅੰਗ ਨੇ, ਇਹਨਾਂ ਨੂੰ ਸੋਖ ਦਿੰਦੀ, ਸੰਕੋਚ ਕਰ ਦਿੰਦੀ ਜ਼ਹਿਰ, ਇਕੱਠਿਆਂ ਕਰ ਦਿੰਦੀ, ਸੁੰਗੜ ਜਾਂਦੇ ਨੇ। ਤੇ ਫਿਰ ਮਨੁੱਖ ਦੇ ਪ੍ਰਾਣ ਜਿਹੜੇ ਸਵਾਸ ਉਹ ਬਿਨਸਾਈ, ਬਿਨਸ ਜਾਂਦੇ ਨੇ, ਨਾਸ ਹੋ ਜਾਂਦੇ। ਤੈਸੇ ਅਬ ਇਹ ਨਾਹੀ ਨ ਜਾਣਹਿ। ਇਸੇ ਪ੍ਰਕਾਰ ਇਹ ਜਿਹੜਾ ਚੰਦੂ ਦੁਸ਼ਟ ਪਾਪੀ ਹੈ, ਗੁਰੂ ਦੀ ਨਿੰਦਿਆ ਰੂਪੀ ਜਿਹੜੀ ਜ਼ਹਿਰ ਨੂੰ ਖਾਈ ਜਾਂਦਾ, ਪਰੰਤੂ ਹਾਲੇ ਜਾਣਦਾ ਨਹੀਂ, ਇਹਨੂੰ ਪਤਾ ਨਹੀਂ ਲੱਗਿਆ। ਸੰਗ ਨਿਰਵੈਰ ਵੈਰ ਜੋ ਠਾਨਹਿ। ਜਿਹੜਾ ਇਹ ਨਿਰਵੈਰ ਸਤਿਗੁਰੂ ਆਪ ਜੀ ਦੇ ਨਾਲ ਬਹੁਤ ਵੱਡਾ ਬੈਰ ਕਮਾਈ ਜਾਂਦਾ, ਸਤਿਗੁਰ ਸਭਨਾਂ ਦਾ ਭਲਾ ਮਨਾਇਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਤੇ ਕੋਈ ਦੁਸ਼ਮਣੀ ਕਰਦਾ, ਉਹਦਾ ਵੀ ਭਲਾ ਕਮਾਉਂਦੇ ਨੇ, ਮਨਾਉਂਦੇ ਨੇ ਮਨ ਵਿੱਚ। ਇਹ ਦੁਸ਼ਟ ਬੰਦਾ ਨਿਰਵੈਰ ਗੁਰੂ ਦੇ ਨਾਲ ਹੀ ਬੈਰ ਬੰਨ ਕੇ ਬੈਠ ਗਿਆ। ਆਪਦ ਪਰ ਹੀ ਇਨਹੁ ਪਰ ਜਬੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜਦੋਂ ਇਹ ਦੁਸ਼ਟ ਚੰਦੂ ਦੇ ਉੱਪਰ ਆ ਕਰਕੇ ਬਿਪਤਾ ਪੈ ਜਾਵੇਗੀ, ਇਸ ਫਲ ਕੋ ਪਾਵਹਿਗੇ ਤਬੈ। ਇਸ ਕੀਤੇ ਹੋਏ ਮਾੜੇ ਕਰਮ ਦਾ ਫਲ ਫੇਰ ਹੀ ਪਾਉਣਾ ਕਰੇਗਾ, ਬਾਅਦ ਵਿੱਚ ਹੀ ਇਹਨੂੰ ਪਤਾ ਲੱਗੇਗਾ। ਜੋ ਕਰਤੇ ਨੇ ਕਾਰਨ ਕਰਨੇ। ਜਿਹੜੇ ਬਾਕੀ ਕਰਤੇ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਕਾਰਨ ਕਰਨਾ ਹੋਵੇ, ਵਿਧੀ ਬਣਾ ਦਿੰਦਾ ਪਰਮੇਸ਼ਰ। ਸੋ ਸਭ ਤੇ ਕਾਰਜ ਹੈ ਸਰਨੇ। ਫਿਰ ਉਹ ਸਾਰੇ ਕਾਰਜ ਸਰਨੇ ਦਾ ਅਰਥ ਪੂਰੇ ਹੁੰਦੇ ਨੇ। ਪਰਮਾਤਮਾ ਦੀ ਵਿਧ ਬਣਾਈ ਨੂੰ ਕੋਈ ਰੋਕ ਨਹੀਂ ਸਕਦਾ। ਅਬ ਚਲ ਨੀਵ ਰੱਖੀ ਗੁਰੂ ਨਾਨਕ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖੀ ਦੀ ਜਿਹੜੀ ਨੀਂਹ ਹੈ, ਇਹ ਅਬ ਚਲ ਰੱਖੀ, ਚਲਾਏ ਮਾਨਗੀ ਤੋਂ ਰਹਿਤ ਹੈ। ਪਚ ਹੈ ਨਿੰਦਕ ਦੁਸ਼ਟ ਅਚਾਨਕ। ਜਿਹੜਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਨਾਲ ਬੈਰ ਕਮਾਉਣਾ ਕਰੇਗਾ ਤੇ ਸਾਧ ਸੰਗਤ ਅਚਾਨਕ ਅਚਨਚੇਤ ਹੀ ਦੁਸ਼ਟ ਬੰਦਾ ਉਹ ਪਚ ਕੇ ਮਰ ਜਾਵੇਗਾ।
ਇਤਿਹਾਸ ਪੜ੍ਹ ਕੇ ਵੇਖ ਲਈਏ ਸਾਡਾ ਅੱਜ ਤੱਕ ਦਾ, ਜਿਹਨੇ ਵੀ ਸਿੱਖੀ ਨਾਲ ਕੋਈ ਬੈਰ ਕਮਾਇਆ ਤੇ ਉਹ ਸਾਧ ਸੰਗਤ ਇੱਥੇ ਜਿਉਂਦਾ ਨਹੀਂ ਰਿਹਾ। ਬੜਾ ਉਹਨਾਂ ਨੇ ਇਸ ਪ੍ਰਕਾਰ ਦੁਰਦਸ਼ਾ ਆਪਣਾ ਤਨ ਕਰਵਾ ਕਰਕੇ ਅੰਤਲੇ ਸਵਾਸ ਲਏ ਨੇ। ਕਿਸੇ ਨੂੰ ਕੋੜ ਬਗਿਆ, ਕਿਸੇ ਦਾ ਸਰੀਰ ਗੋਲੀਆਂ ਨਾਲ ਛਾਨਣੀ ਕਰ ਦਿੱਤਾ ਗਿਆ। ਜਿਹਨੇ ਵੀ ਗੁਰੂ ਨਾਨਕ ਦੀ ਸਿੱਖੀ ਨਾਲ ਵੈਰ ਬੰਨਿਆ, ਫਿਰ ਉਹ ਕੀਤੀ ਦਾ ਫਲ ਉਹਨੂੰ ਜ਼ਰੂਰ ਭੁਗਤਣਾ ਪੈਂਦਾ ਹੈ। ਬਾਹੁਰੀ ਅਰਥ ਮਲ ਜੋਰੇ ਹਾਥ। ਇਹ ਸਾਰੇ ਬਚਨ ਨਾਲੇ ਸਤਿਗੁਰਾਂ ਨੂੰ ਕਹਿ ਦਿੱਤੇ ਬੋਲ ਕਰਕੇ ਬਾਬਾ ਅਰਥ ਮਲ ਜੀ ਨੇ ਦੋਵੇਂ ਹੱਥ ਜੋੜੇ ਹਨ। ਸੁਨੋ ਬਿਨੈ ਸ੍ਰੀ ਅਰਜਨ ਨਾਥ। ਇਹ ਜਗਤ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਮੇਰੀ ਬੇਨਤੀ ਨੂੰ ਸੁਣਨਾ ਕਰੋ। ਮਮ ਕਾਇਆ ਹੈ ਆਪ ਆਗਾਰੀ। ਮੇਰੀ ਜਿਹੜੀ ਕਾਇਆ ਦੇਹੀ ਹੈ, ਮੇਰਾ ਪੰਜ ਤੱਤਾਂ ਦਾ ਸਰੀਰ, ਇਹ ਆਪ ਜੀ ਦੇ ਅਗਾਰੀ ਅੱਗੇ ਹੈ, ਭਾਵ ਹਾਜ਼ਰ ਹੈ ਤੁਹਾਡੇ ਲਈ। ਤਜ ਕਰ ਦਿਓ ਜਰ ਤੁਰ ਕੀ ਉਖਾਰੀ। ਜੇਕਰ ਮੈਂ ਤੁਹਾਡੀ ਜਗ੍ਹਾ ਤੇ ਆਪਣਾ ਤਨ ਸਰੀਰ ਤਿਆਗ ਦੇਣਾ ਕਰਾਂ ਤੇ ਮਹਾਰਾਜ ਤੁਰਕਾਂ ਦੀਆਂ ਜੜ੍ਹਾਂ ਮੇਰੇ ਸਰੀਰ ਕਰਕੇ ਪੱਟ ਦੇਣੀਆਂ ਕਰੋ। ਤੁਮ ਬਿਨ ਜਗ ਮੈਂ ਰਹਿਨ ਨ ਭਾਵੈ। ਬਾਕੀ ਤੁਹਾਡੇ ਤੋਂ ਬਿਨਾਂ ਤਾਂ ਸਤਿਗੁਰੂ ਪਾਤਸ਼ਾਹ ਦੁਨੀਆ ਵਿੱਚ ਰਹਿਣਾ ਸਾਨੂੰ ਚੰਗਾ ਨਹੀਂ ਲੱਗਦਾ। ਪਰਲੋਕ ਚਲਣ ਬਨ ਆਵੈ। ਹੁਣ ਸਾਨੂੰ ਸਤਿਗੁਰੂ ਆਪ ਜੀ ਤੋਂ ਪਹਿਲਾਂ ਹੀ ਪਰਲੋਕ ਨੂੰ ਚੱਲਣਾ ਬਣ ਆਉਂਦਾ ਹੈ ਕਿ ਸਤਿਗੁਰਾਂ ਦੇ ਪ੍ਰਾਣ ਤਿਆਗਣ ਤੋਂ ਪਹਿਲਾਂ ਗੁਰੂ ਦਾ ਸਿੱਖ ਆਪਣੇ ਪ੍ਰਾਣ ਜਿਹੜਾ ਤਿਆਗ ਦੇਣਾ ਕਰੇ। ਦਿਹੁ ਆਗਿਆ ਮੈਂ ਕਰੋ ਚਲਾਨਾ। ਆਪ ਜੀ ਦੀ ਆਗਿਆ ਚਾਹੀਦੀ, ਹੁਕਮ ਦੀ ਉਡੀਕ ਕਰਦਾ ਸਤਿਗੁਰੂ, ਜਦੋਂ ਹੁਕਮ ਕਰ ਦਿਓਗੇ ਮੈਂ ਚਲਾਣਾ ਕਰ ਜਾਵਾਂਗਾ। ਆਪ ਰੱਖੋ ਤਨ ਕਾਲ ਮਹਾਨਾ। ਤੁਹਾਡੇ ਤਨ ਦੀ ਸੁਰੱਖਿਆ ਚਾਹੀਦੀ ਹੈ। ਤੁਹਾਡੇ ਤਨ ਤੋਂ ਅਨੇਕਾਂ ਗੁਰੂ ਦੇ ਪਿਆਰਿਆਂ ਨੇ ਬਹੁਤ ਵੱਡੀਆਂ ਜਿਹੜੀਆਂ ਐਸੀਆਂ ਮਹਾਨ ਬਖਸ਼ਿਸ਼ਾਂ ਹਾਸਲ ਕਰਨੀਆਂ ਨੇ। ਤੁਹਾਡੇ ਤਨ ਦੀ ਸੇਵਾ ਕਰਕੇ ਤਿੰਨ ਲੋਕਾਂ ਦੀ ਮਾਇਆ ਚਰਨਾਂ ਵਿੱਚ ਆ ਕੇ ਸਿੱਖਾਂ ਦੇ ਰੁਲ ਜਾਂਦੀ ਹੈ। ਬੈਕੁੰਠ ਦੀਆਂ ਸ਼ਲੋਕ ਸਰੂਪ ਸਮੀਪ ਤੇ ਸਜੋਜ ਮੁਕਤੀਆਂ ਆਪ ਜੀ ਦੀ ਸੇਵਾ 'ਚੋਂ ਹੀ ਮਿਲ ਜਾਂਦੀਆਂ ਨੇ। ਬੈਕੁੰਠ ਧਾਮ ਦੀ ਪ੍ਰਾਪਤੀ ਆਪ ਦੀ ਸੇਵਾ ਵਿੱਚੋਂ ਹੋ ਜਾਂਦੀ ਹੈ। ਇਸ ਲਈ ਆਪ ਦਾ ਜਿਹੜਾ ਤਨ ਸਰੀਰ ਹੈ, ਇਹਨੂੰ ਲੰਬੇ ਸਮੇਂ ਤੱਕ ਦੁਨੀਆ ਵਿੱਚ ਰੱਖਣਾ ਕਰੋ। ਸ੍ਰੀ ਅਰਜਨ ਸੁਨ ਕਰ ਬਚ ਪ੍ਰੇਮ। ਬਾਬਾ ਅਰਥ ਮਲ ਜੀ ਦੇ ਜਦੋਂ ਬਹੁਤ ਹੀ ਪਿਆਰ ਭਰੇ ਬਚਨ ਸਤਿਗੁਰਾਂ ਨੇ ਸੁਣਨਾ ਕੀਤੇ। ਕਹਿਓ ਰਹੋ ਤੁਮ ਤਨ ਜੁਤ ਛੇਮ। ਸਤਿਗੁਰੂ ਪਾਤਸ਼ਾਹ ਕਹਿੰਦੇ, ਬਾਬਾ ਅਰਥ ਮਲ ਜੀ, ਤੁਸੀਂ ਤਨ ਦੀ ਸੁੱਖ ਦੇ ਸਮੇਤ ਆਪਣਾ ਜਿਹੜਾ ਸਰੀਰ ਹੈ ਇਹ ਰੱਖਣਾ ਕਰੋ ਦੁਨੀਆ ਵਿੱਚ। ਰਹੀ ਆਰ ਬਲ ਬਾਸੁਰ ਚਾਲੀ। ਬਾਕੀ ਤੁਹਾਡੀ ਵੀ ਜਿਹੜੀ ਆਰਬਲ ਉਮਰਾ ਹੈ, ਕੇਵਲ ਗਿਣਤੀ ਦੇ 40 ਦਿਨ ਹੀ ਤੁਹਾਡੇ ਰਹਿ ਗਏ ਨੇ। 40 ਦਿਨਾਂ ਤੋਂ ਬਾਅਦ ਬਾਬਾ ਅਰਥ ਮਲ ਜੀ ਤੁਸਾਂ ਵੀ ਸਰੀਰ ਤਿਆਗ ਦੇਣਾ। ਤਬ ਤੁਮ ਕਾਇਆ ਤਜੂ ਸੁਖਾਲੀ। ਫਿਰ ਆਪਣੀ ਦੇਹੀ ਨੂੰ ਸੌਖਿਆਂ ਤੁਸੀਂ ਤਿਆਗਣਾ ਕਰੋਗੇ। ਬਾਕੀ ਆਮ ਜੀਵਾਂ ਦਾ ਸਰੀਰ ਤਿਆਗਣਾ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਂਧਾਣੀਆਂ ਤਿਉਂ ਮਥੇ ਧਰਮ ਰਾਏ। ਜਿਹੜੇ ਗੁਰਮੁਖਾਂ ਦਾ ਸਾਧ ਸੰਗਤ ਜੀ ਜਾਣਾ ਹੁੰਦਾ, ਉਹਨਾਂ ਗੁਰੂ ਪਿਆਰਿਆਂ ਦਾ ਇਸ ਪ੍ਰਕਾਰ ਮਾਤ ਲੋਕ ਵਿੱਚੋਂ ਸਰੀਰ ਤਿਆਗਣਾ ਹੁੰਦਾ ਜਿਵੇਂ ਹਾਥੀ ਆਪਣੇ ਗਲ ਦੇ ਵਿੱਚੋਂ ਫੁੱਲਾਂ ਦੀ ਮਾਲਾ ਲਾਹ ਕੇ ਰੱਖ ਦੇਵੇ, ਉਹਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ਹੈ। ਬਾਕੀ ਤੇ ਕਿਸੇ ਦਾ ਘੰਡ ਬੋਲਦਾ, ਕਿਸੇ ਦੇ ਸਾਧ ਸੰਗਤ ਸਰੀਰ ਦੇ ਪਾਸੇ ਗਲ ਜਾਂਦੇ ਪਏ ਦੇ, ਪਲੰਗ ਦੇ ਉੱਪਰ ਮੌਤ ਮੰਗਦੇ ਨੇ ਲੋਕ। ਇਹ ਮੌਤ ਸੌਖਿਆਂ ਨਹੀਂ ਆ ਜਾਂਦੀ। ਬੜਾ ਉੱਥੇ ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੂ ਕੜਕਾਏ ਤੇ ਹੱਡਾਂ ਵਿੱਚੋਂ ਕੜਕਾ ਕੇ ਜਿੰਦ ਖਿੱਚੀ ਜਾਂਦੀ ਹੈ। ਬੜਾ ਭਾਰੀ ਦੁੱਖ ਲੱਗਦਾ। ਐਵੇਂ ਨਹੀਂ ਵੀ ਹਵਾ ਨਿਕਲ ਗਈ ਸਰੀਰ ਤਿਆਗ ਦਿੱਤਾ, ਕੱਲੇ ਕੱਲੇ ਸਰੀਰ ਦੇ ਅੰਗ 'ਚੋਂ ਜਿੰਦ ਨੂੰ ਖਿੱਚਦੇ ਨੇ। ਕਿਉਂਕਿ ਸਾਡੇ ਜਦੋਂ ਕੋਈ ਸਰੀਰ ਤਿਆਗਦਾ, ਕਿਸੇ ਦੇ ਪੈਰ ਠੰਡੇ ਹੁੰਦੇ, ਉੱਥੋਂ ਜੀਵ ਕਲਾ ਨਿਕਲ ਜਾਂਦੀ। ਫਿਰ ਹੱਥ ਦੇ ਘੁੰਡ ਮੁੜਨੇ ਸ਼ੁਰੂ ਹੋ ਜਾਂਦੇ, ਉੱਥੋਂ ਜੀਵ ਕਲਾ ਨਿਕਲਦੀ। ਡਾਕਟਰ ਕਹਿੰਦੇ ਹੁਣ ਤੇ ਇਹਦੇ ਗਲੇ ਵਿੱਚ ਹੀ ਸਵਾਸ 2-4 ਰਹਿ ਗਏ ਨੇ। ਬੜਾ ਦੁੱਖ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਬਾਬਾ ਅਰਥ ਮਲ ਜੀ, ਕੇਵਲ 40 ਦਿਨ ਦੀ ਉਮਰ ਆਪ ਜੀ ਦੀ ਸੰਸਾਰ ਵਿੱਚ ਬਾਕੀ ਹੈ।
ਬੜੇ ਸੌਖੇ ਢੰਗ ਦੇ ਨਾਲ ਪੰਜ ਭੌਤਿਕ ਦੇਹੀ ਨੂੰ ਤਿਆਗ ਦੇਵੋਗੇ। ਰਹੀ ਆਰ ਬਲ ਬਾਸੁਰ ਚਾਲੀ। ਤੁਹਾਡੀ 40 ਦਿਨਾਂ ਦੀ ਜਿਹੜੀ ਉਮਰ ਹੈ ਇਹ ਬਾਕੀ ਰਹਿ ਗਈ ਹੈ। ਤਬ ਤੁਮ ਕਾਇਆ ਤਜੋ ਸੁਖਾਲੀ। ਫਿਰ ਤੁਸੀਂ ਸੌਖਿਆਂ ਆਪਣੇ ਸਰੀਰ ਨੂੰ ਤਿਆਗ ਦੇਵੋਗੇ। ਮਿਲੋ ਆਨ ਪਰਲੋਕ ਸੋ ਮੋਹੀ। ਤੇ ਫਿਰ ਸਾਨੂੰ ਮਾਤ ਲੋਕ ਨੂੰ ਛੱਡ ਕੇ ਪਰਲੋਕ ਵਿੱਚ ਆ ਕੇ ਸਾਡੇ ਨਾਲ ਹੀ ਤੁਸੀਂ ਮਿਲ ਜਾਵੋਗੇ। ਕਿੱਡੀ ਵੱਡੀ ਬਖਸ਼ਿਸ਼ ਸਤਿਗੁਰਾਂ ਨੇ ਬਚਨਾਂ ਨਾਲ ਹੀ ਕਰ ਦਿੱਤੀ। ਬਾਬਾ ਅਰਥ ਮੱਲ ਜੀ ਦਾ ਪ੍ਰੇਮ ਦੇਖ ਕੇ ਸਤਿਗੁਰੂ ਕੋਈ ਜਪ ਨਹੀਂ ਦੇਖਦੇ, ਕੋਈ ਤਪ ਨਹੀਂ ਦੇਖਦੇ, ਕੋਈ ਸੇਵਾ ਕੋਈ ਸਿਮਰਨ ਨਹੀਂ ਵੇਖਦੇ। ਇਹ ਤੇ ਆਪਣੀਆਂ ਜਿਹੜੀਆਂ ਖੁਸ਼ੀਆਂ ਲੈਣ ਵਾਸਤੇ ਅਸੀਂ ਕਰੀ ਦੀਆਂ ਨੇ। ਪਰੰਤੂ ਜਦੋਂ ਸਤਿਗੁਰੂ ਪਾਤਸ਼ਾਹ ਦੇਖਦੇ ਸਿੱਖ ਦਾ ਪਿਆਰ ਵੇਖਦੇ ਨੇ। ਗੋਬਿੰਦ ਭਾਉ ਭਗਤ ਦਾ ਭੁੱਖਾ ਤੇ ਪਰਮਾਤਮਾ ਗੁਰੂ ਤੇ ਪ੍ਰੇਮ ਦਾ ਭੁੱਖਾ ਹੈ। ਜਦੋਂ ਪ੍ਰੇਮ ਦੇ ਬਚਨ ਸੁਣੇ ਤੇ ਏਡੀਆਂ ਵੱਡੀਆਂ ਬਖਸ਼ਿਸ਼ਾਂ ਕਰ ਦਿੱਤੀਆਂ। ਨਹਿ ਬਿਜੋਗ ਬਹੁ ਦਿਨ ਕੋ ਹੋਹੀ। ਫਿਰ ਬਾਕੀ ਤੁਹਾਡਾ ਬਾਬਾ ਅਰਥ ਮੱਲ ਜੀ ਬਹੁਤੇ ਦਿਨਾਂ ਕਰਕੇ ਸਾਡੇ ਨਾਲੋਂ ਵਿਛੋੜਾ ਵੀ ਨਹੀਂ ਹੋਵੇਗਾ। ਇਮਤੈ ਧੀਰਜ ਰਾਖਿਓ ਪਾਸੀ। ਇਸ ਤਰ੍ਹਾਂ ਦੇ ਬਚਨ ਦੇ ਕੇ ਧੀਰਜ ਹੌਸਲਾ ਦਿੱਤਾ ਤੇ ਆਪਣੇ ਕੋਲ ਰੱਖਿਆ ਹੈ। ਅਨੇਕ ਰੀਤ ਕੀ ਕਥਾ ਪ੍ਰਕਾਸ਼ੀ। ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਬ੍ਰਹਮ ਸਰੂਪ ਦੀ ਪ੍ਰਾਪਤੀ ਦੇ ਬਚਨ ਸਤਿਗੁਰਾਂ ਨੇ ਸੁਣਾਉਣਾ ਕੀਤੇ। ਲੰਗਰ ਲਗਿਓ ਹੋਣ ਗੁਰ ਕੀਰਾ। ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਲੰਗਰ ਹੈ ਲਾਹੌਰ ਦੀ ਧਰਤੀ ਤੇ ਉਹ ਆਰੰਭ ਹੋ ਗਿਆ। ਅਰਪੈ ਸੰਗਤ ਆਨ ਕਨੇਰਾ। ਅਨੇਕਾਂ ਸੰਗਤਾਂ ਆ ਕਰਕੇ ਰਸਦਾਂ ਵਸਦਾਂ ਸਤਿਗੁਰਾਂ ਨੂੰ ਅਰਪਣ ਕਰਦੀਆਂ, ਭੇਟਾ ਕਰਦੀਆਂ। ਓਨੀਆਂ ਸੰਗਤਾਂ ਲੰਗਰ ਛਕੀ ਜਾਂਦੀਆਂ ਹਨ। ਆਵੇ ਸਿੱਖ ਟੋਲ ਕਰ ਘਨੇ। ਗੁਰੂ ਦੇ ਪਿਆਰੇ ਸਿੱਖ ਟੋਲੇ ਬਣਾ ਕੇ ਜਥੇ ਬਣਾ ਕਰਕੇ ਕਾਫਲਿਆਂ ਦੇ ਕਾਫਲੇ ਆਉਂਦੇ ਹਨ। ਪੂਜ ਗਮਨੇ ਸੁਖ ਸਨੇ। ਫਿਰ ਸਤਿਗੁਰਾਂ ਦੀ ਪੂਜਾ ਕਰ ਕਰਕੇ ਸੁੱਖਾਂ ਦੇ ਸੰਯੋਗਤ ਆਪੋ ਆਪਣੇ ਘਰਾਂ ਵੱਲ ਨੂੰ ਵਾਪਸ ਚਲੇ ਜਾਂਦੇ। ਸ੍ਰੀ ਅਰਜਨ ਕੋ ਪੁਰ ਆਗਵਨੂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਲਾਹੌਰਪੁਰੀ ਦੇ ਵਿੱਚ ਆਉਣਾ। ਪਸਰੀ ਸੁਧ ਲਗ ਦੀਰਘ ਭਵਨੂ। ਚਾਹੇ ਕੋਈ ਛੋਟਾ ਹੈ, ਚਾਹੇ ਕੋਈ ਵੱਡੇ ਘਰ ਦਾ ਮਾਲਕ, ਚਾਹੇ ਅਮੀਰ ਚਾਹੇ ਗਰੀਬ ਹੈ, ਚਾਹੇ ਕੋਈ ਛੋਟਾ ਬੱਚਾ ਚਾਹੇ ਬਜ਼ੁਰਗ ਹੈ, ਸਾਰਿਆਂ ਦੇ ਤੱਕ ਇਹ ਖਬਰਾਂ ਫੈਲ ਗਈਆਂ ਕਿ ਪੰਜਵੇਂ ਪਿਤਾ ਸਤਿਗੁਰੂ ਲਾਹੌਰ ਵਿੱਚ ਆਏ ਹਨ। ਸ਼ਰਧਾ ਸਹਿਤ ਭਾਉ ਕੋ ਧਰ ਧਰ। ਬੜੀ ਸ਼ਰਧਾ ਹੈ ਸਿੱਖਾਂ ਦੇ ਅੰਦਰ। ਅੱਜ ਵਰਗੇ ਤਰਕਵਾਦੀ ਸਿੱਖ ਨਹੀਂ ਸਨ ਉਸ ਵੇਲੇ। ਸ਼ਰਧਾ ਦੇ ਭਰੇ ਹੋਏ ਨੇ ਤੇ ਬੜਾ ਪ੍ਰੇਮ ਰੱਖ ਕੇ। ਜਾਹੀ ਸੰਗਤਾਂ ਆਨੰਦ ਕਰ ਕਰ। ਬੜੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਨੇ। ਸਤਿਗੁਰੂ ਦੇ ਦਰਸ਼ਨ ਦੀਦਾਰੇ ਪ੍ਰਾਪਤ ਕਰਕੇ ਆਨੰਦ ਦੀ ਪ੍ਰਾਪਤੀ ਕਰਕੇ ਘਰਾਂ ਨੂੰ ਚਲੇ ਜਾਂਦੇ। ਸੋ ਜਾਸੀ ਉਚਾਰਤ ਨਰ ਤ੍ਰੇ ਘਰ ਘਰ। ਚਾਹੇ ਕੋਈ ਤਰੀ ਇਸਤਰੀ ਹੈ, ਚਾਹੇ ਨਰ ਜਿਹੜਾ ਕੋਈ ਪੁਰਸ਼ ਹੈ, ਮਾਈ ਭਾਈ ਸਾਰੇ ਸਤਿਗੁਰੂ ਦਾ ਜਸ ਗਾਉਂਦੇ ਹਨ। ਉਪਦੇਸਤ ਨਿਤ ਸਿਮਰੋ ਹਰ ਹਰ। ਸਤਿਗੁਰੂ ਸੰਗਤਾਂ ਨੂੰ ਹਮੇਸ਼ਾ ਇਹੀ ਉਪਦੇਸ਼ ਦਿੰਦੇ ਨੇ, ਭਾਈ ਹਰਿਆਂ ਭਰਿਆਂ ਕਰਨ ਵਾਲੇ ਹਰੀ ਪਰਮਾਤਮਾ ਦਾ ਸਦਾ ਸਿਮਰਨ ਕਰਿਆ ਕਰੋ। ਦੋਹਰਾ ਸਿੱਖ ਸੰਗਤ ਲਵ ਪੁਰੀ ਕੇ। ਜਿੰਨੇ ਵੀ ਗੁਰੂ ਦੇ ਪਿਆਰੇ ਗੁਰਸਿੱਖ ਨੇ, ਜਿੰਨੀਆਂ ਸੰਗਤਾਂ ਲਾਹੌਰ ਦੀਆਂ, ਸਕਲ ਦਰਸ ਕੋ ਆਏ। ਇਹ ਸਾਰੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੇ ਹਨ। ਬਹਿਰ ਦੂਰ ਕੇ ਸੁਨਤ ਇਤ। ਚਾਹੇ ਕੋਈ ਬਹਿਰ ਕਹੀਏ ਇਸ ਤਰ੍ਹਾਂ ਦੇ ਨਾਲ ਬਾਹਰੋਂ ਦੂਰੋਂ ਆਉਂਦੇ ਨੇ, ਚਾਹੇ ਕੋਈ ਲਾਹੌਰ ਦੇ ਵਿੱਚ ਰਹਿਣ ਵਾਲੇ ਨੇ। ਜਿਨ੍ਹਾਂ ਨੇ ਵੀ ਸਤਿਗੁਰਾਂ ਦਾ ਆਉਣਾ ਸੁਣਿਆ। ਆਨ ਭਏ ਸਮੁਦਾਏ। ਸਮੁਦਾਏ ਦਾ ਅਰਥ ਸਾਰੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਇਕੱਠੇ ਹੋ ਗਏ। ਸਵਈਆ ਛੰਦ ਆਨੇ ਉਪਾਇ ਨਿਰ ਪਹਿ ਦਰ ਸਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਆ ਕਰਕੇ ਉਪਾਇਨ ਭੇਟਾਵਾਂ ਅਰਪਣ ਕਰਦੇ ਨੇ। ਆਪਣੀ ਭੇਟਾ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ। ਬੜੇ ਭਾਗ ਸੁਨ ਉਪਦੇਸ਼। ਵੱਡਿਆਂ ਭਾਗਾਂ ਵਾਲੇ ਗੁਰਸਿੱਖ ਨੇ ਜਿਹੜੇ ਗੁਰੂ ਦੀ ਰਸਨਾ ਤੋਂ ਉਪਦੇਸ਼ ਸੁਣਦੇ ਨੇ ਸਾਹਮਣੇ ਬੈਠ ਕਰਕੇ। ਸਤਨਾਮ ਕੀ ਉਰ ਲਿਵ ਲਾਗਹਿ। ਇਸ ਤਰ੍ਹਾਂ ਸਤਿਗੁਰਾਂ ਦਾ ਜਦੋਂ ਉਪਦੇਸ਼ ਸੁਣ ਲੈਂਦੇ ਨੇ, ਗੁਰੂ ਦਾ ਉਪਦੇਸ਼ ਸੁਣਨ ਦਾ ਇਹ ਫਾਇਦਾ ਹੁੰਦਾ ਕਿ ਉਸੇ ਵੇਲੇ ਉਹਨਾਂ ਦੀ ਲਿਵ ਜਿਹੜੀ ਜੁੜ ਜਾਂਦੀ ਹੈ।
ਅੱਜ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਕਿਉਂ ਛਕਣਾ ਜ਼ਰੂਰੀ ਹੈ? ਪੰਜਾਂ ਦੇ ਅੰਦਰ ਸਤਿਗੁਰੂ ਵਰਤਦੇ ਨੇ। ਫਿਰ ਪੰਜ ਜਿਹੜੇ ਮੂਲ ਮੰਤਰ ਗੁਰ ਮੰਤਰ ਪੰਜ ਪਿਆਰੇ ਸਾਨੂੰ ਜਪਾਉਂਦੇ ਨੇ, ਤੇ ਜਦੋਂ ਉਹਦੀ ਕੋਈ ਕਮਾਈ ਕਰਦਾ ਬਹੁਤ ਜਲਦੀ ਪਰਮਾਤਮਾ ਵਿੱਚ ਲਿਵ ਸੁਰਤ ਜੁੜ ਜਾਂਦੀ ਹੈ। ਪੰਜਾਂ ਦੇ ਦੁਆਰਾ ਗੁਰੂ ਦੀ ਰਸਨਾ ਤੋਂ ਸੁਣ ਕੇ ਜਿਹੜਾ ਗੁਰ ਮੰਤਰ ਕਮਾਉਣਾ, ਉਹਦਾ ਆਨੰਦ ਹੀ ਵੱਖਰਾ ਹੈ। ਨਿਗੁਰਾ ਬੰਦਾ ਕਹਿ ਦਿੰਦਾ ਮੈਂ ਘਰੇ ਬੈਠਾ ਸਿਮਰਨ ਕਰਦਾ, ਮੈਂ ਬਾਣੀ ਪੜ੍ਹਦਾ, ਚੰਗੀ ਗੱਲ ਹੈ, ਪਰੰਤੂ ਜਿਹੜਾ ਗੁਰਮੁਖ ਨੂੰ ਆਨੰਦ ਬਣ ਜਾਣਾ ਉਹ ਨਗੁਰੇ ਨੂੰ ਨਹੀਂ ਕਦੇ ਬਣੇਗਾ। ਇਸ ਲਈ ਗੁਰੂ ਦੀ ਰਸਨਾ ਤੋਂ ਗੁਰਸਿੱਖ ਉਪਦੇਸ਼ ਸੁਣਦੇ ਨੇ, ਫਿਰ ਸਿਮਰਨ ਕਰਦੇ ਹਨ। ਬੜੀ ਜਲਦੀ ਸਿੱਖਾਂ ਦੀ ਲਿਵ ਪਰਮਾਤਮਾ ਨਾਲ ਜੁੜ ਜਾਂਦੀ ਹੈ। ਜਨਮ ਜਨਮ ਕੀ ਕਟਹਿ ਕਲੇਸ਼। ਜਦੋਂ ਲਿਵ ਕਿਸੇ ਦੀ ਸੁਰਤ ਜੁੜ ਜਾਂਦੀ, ਫਿਰ ਜਨਮਾਂ ਜਨਮਾਂਤਰਾਂ ਦੇ ਕਲੇਸ਼ ਜਿਹੜੇ ਮਿਟ ਜਾਂਦੇ ਨੇ। ਕਲੇਸ਼ ਜਿਹੜੇ ਨੇ ਪੰਜ ਤਰ੍ਹਾਂ ਦੇ ਮੰਨੇ ਜਾਂਦੇ: ਰਾਗ, ਦਵੈਖ, ਅਵਿਨਵੇਸ਼, ਅਵਿਦਿਆ ਤੇ ਅਸਮਤਾ। ਇਹ ਵਿਦਵਾਨਾਂ ਦੀਆਂ ਵਿਚਾਰਾਂ ਨੇ। ਇਸ ਲਈ ਪੰਜ ਜਿਹੜੇ ਕਲੇਸ਼ ਇਹ ਕੱਟੇ ਜਾਂਦੇ ਗੁਰੂ ਦਾ ਸਿਮਰਨ ਕਰਨ ਦੇ ਨਾਲ। ਸੁਖ ਅਤੁਲ ਕੋ ਪਾਏ ਨਾ ਡੁਲਹਿ। ਐਸਾ ਤੋਲਣ ਤੋਂ ਰਹਿਤ ਬੜਾ ਭਾਰੀ ਸੁਖ ਪ੍ਰਾਪਤ ਹੁੰਦਾ ਗੁਰੂ ਦੀ ਸੰਗਤ ਕਰਨ ਕਰਕੇ। ਫਿਰ ਜਿਹਨੂੰ ਸੁਖ ਮਿਲ ਗਿਆ ਉਹ ਕਦੇ ਡੋਲਦਾ ਨਹੀਂ। ਅੰਤਰ ਮਨ ਕੇ ਥਿਰਹਿ ਵਿਸ਼ੇਸ਼। ਵਿਸ਼ੇਸ਼ ਕਰਕੇ ਜਿਹੜਾ ਗੁਰੂ ਦਾ ਸਿੱਖ ਫਿਰ ਅੰਤਰਮੁਖੀ ਬਣਾ ਕਰਕੇ, ਅੰਤਰ ਆਤਮਾ ਅੰਦਰ ਜਿਹੜੀ ਵਿਰਤੀ ਬਣਾ ਕਰਕੇ ਅੰਤਰਮੁਖੀ ਹੋ ਜਾਂਦਾ। ਬਾਹਰ ਮੁਖੀ ਜਿਹੜੀ ਵਿਰਤੀ ਹੈ, ਸੰਸਾਰ ਦੇ ਅੰਦਰ ਤਰੱਕੀਆਂ ਬੰਦਾ ਬਾਹਰ ਮੁਖੀ ਵਿਰਤੀ ਨਾਲ ਕਰਦਾ ਹੈ। ਜਿਹਨੇ ਵੀ ਪਰਮਾਤਮਾ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਤੇ ਅੰਤਰਮੁਖੀ ਵਿਰਤੀ ਦੁਆਰਾ ਹੀ ਕੀਤਾ ਹੈ। ਭਗਤ ਧਰੂ ਜੀ ਦਾ ਇਤਿਹਾਸ ਸਾਹਮਣੇ ਆਉਂਦਾ। ਜਦੋਂ ਪਰਮਾਤਮਾ ਦੇ ਦਰਸ਼ਨ ਦੀਦਾਰੇ ਹੋਏ ਸੁਰਤ ਵਿੱਚ, ਤਾਂ ਵਾਹਿਗੁਰੂ ਨੇ ਕਿਹਾ ਸੀ, ਬੱਚਾ ਹੁਣ ਆਪਣੇ ਘਰ ਨੂੰ ਚਲਾ ਜਾ, ਰਾਜ ਭਾਗ ਸੰਭਾਲ, ਆਪਣੇ ਪਿਤਾ ਦਾ ਸਾਰੇ ਰਾਜ ਦਾ ਤੂੰ ਮਾਲਕ ਬਣ ਗਿਆ। ਭਗਤ ਧਰੂ ਜੀ ਕਹਿੰਦੇ, ਉਸ ਵੇਲੇ ਮੈਂ ਬੇਨਤੀ ਕੀਤੀ, ਮੇਰਾ ਹੁਣ ਧਿਆਨ ਛੱਡਣ ਨੂੰ ਦਿਲ ਨਹੀਂ ਕਰਦਾ। ਨੇਤਰ ਬੰਦ ਸੀ, ਅੰਤਰ ਆਤਮੇ ਜੁੜੇ ਹੋਏ ਸੀ, ਉਹ ਸਰੂਪ ਅੰਦਰ ਵਸਿਆ ਸੀ ਹਿਰਦੇ ਵਿੱਚ। ਤੇ ਜਦੋਂ ਪਰਮਾਤਮਾ ਨੇ ਕਿਹਾ ਵੀ ਘਰ ਵੱਲ ਜਾ, ਤੇ ਕਹਿੰਦੇ ਮੈਂ ਨਹੀਂ ਜਾਣਾ, ਇਸੇ ਆਨੰਦ 'ਚ ਹੀ ਰੱਖੋ। ਫਿਰ ਹਿਰਦੇ 'ਚੋਂ ਧਿਆਨ ਖਿੱਚ ਲਿਆ ਸੀ ਪਰਮਾਤਮਾ ਨੇ, ਆਪਣਾ ਸਰੂਪ ਜਿਹੜਾ ਧਿਆਨ ਵਿੱਚੋਂ ਹਿਰਦੇ ਵਿੱਚੋਂ ਖਿੱਚ ਲਿਆ। ਤੇ ਬੜੀ ਕਾਹਲ ਉੱਥੇ ਜਿਹੜੀ ਸੀ ਸਾਧ ਸੰਗਤ ਪੈਦਾ ਹੋ ਗਈ, ਘਬਰਾਹਟ ਬਣ ਗਈ, ਚਿੰਤਾ ਲੱਗ ਗਈ। ਜਦੋਂ ਅੱਖਾਂ ਖੋਲ੍ਹੀਆਂ, ਜਿਹੜਾ ਸਰੂਪ ਅੰਦਰ ਸੀ ਹਿਰਦੇ ਵਿੱਚ ਉਹੀ ਦੁਨੀਆ ਵਿੱਚ ਦਿਸਣ ਲੱਗ ਪਿਆ ਸੀ। ਇਸ ਲਈ ਅੰਤਰ ਆਤਮਾ ਜਿਨ੍ਹਾਂ ਨੇ ਵੀ ਪਰਮਾਤਮਾ ਦੀ ਪ੍ਰਾਪਤੀ ਕੀਤੀ, ਅੰਤਰਮੁਖੀ ਵਿਰਤੀ ਦੁਆਰਾ ਕੀਤੀ ਹੈ। ਜਦੋਂ ਗੁਰੂ ਦਾ ਸਿੱਖ ਉਪਦੇਸ਼ ਸੁਣ ਕੇ ਕਮਾਈ ਕਰਦਾ ਹੈ, ਤੇ ਉਹਦਾ ਫਿਰ ਜਿਹੜਾ ਅੰਤਰਮੁਖੀ ਬਿਰਤੀ ਬਣਾ ਕੇ ਅੰਦਰ ਹੀ ਟਿਕ ਜਾਂਦਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਜਿੰਨਾ ਬ੍ਰਹਮੰਡ ਦਿਸਦਾ ਇਹ ਸਾਰਾ ਅੰਦਰੋਂ ਹੀ ਪਰਮਾਤਮਾ ਨੇ ਰੱਖਿਆ ਪਿਆ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਿੰਨੀ ਵਿਗਿਆਨ ਸਾਇੰਸ ਨੇ ਤਰੱਕੀ ਕੀਤੀ ਹੈ, ਇਹ ਅੰਦਰੋਂ ਹੀ ਸਾਰਾ ਕੁਝ ਸਫੁਰਨ ਹੋਇਆ। ਇਸ ਲਈ ਗੁਰੂ ਦੀ ਸੰਗਤ ਕਰਕੇ ਸਿਮਰਨ ਕਰਦਿਆਂ ਹੋਇਆਂ ਗੁਰਸਿੱਖ ਅੰਤਰਮੁਖੀ ਬਿਰਤੀ ਬਣਾ ਕੇ ਟਿਕ ਜਾਂਦੇ ਹਨ। ਧੰਨ ਧੰਨ ਸ੍ਰੀ ਅਰਜਨ ਸਤਿਗੁਰ। ਐਸੇ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਧੰਨਤਾ ਦੇ ਯੋਗ ਨੇ। ਸਤਿਗੁਰੂ ਧੰਨਤਾ ਦੇ ਯੋਗ ਹਨ। ਪ੍ਰਭ ਅਵਤਾਰ ਭਗਤ ਕੇ ਬੇਸ। ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦਾ ਅਵਤਾਰ ਸਰੂਪ ਨੇ ਤੇ ਭਗਤੀ ਦਾ ਲਿਵਾਸ ਧਾਰਨ ਕੀਤਾ ਹੋਇਆ। ਸਿੱਖਣ ਕੋ ਸਮੁਦਾਇ ਭਇਓ ਬਹੁ। ਤੇ ਬਾਕੀ ਸਿੱਖਾਂ ਦੀ ਬਹੁਤ ਭਾਰੀ ਉੱਥੇ ਜਿਹੜੀ ਸਾਧ ਸੰਗਤ ਜੀ ਇਕੱਤਰਤਾ ਹੋਈ, ਬੜਾ ਭਾਰੀ ਇਕੱਠ ਹੋ ਗਿਆ। ਸਤ ਸੰਗਤ ਮਿਲ ਕਰ ਹੀ ਆਨੰਦ। ਸਤ ਸੰਗਤ ਗੁਰੂ ਦੀ ਜਿਹੜੀ ਇਕੱਠੀ ਹੋਈ ਹੈ, ਮਿਲ ਕਰਕੇ ਸਤ ਸੰਗਤ ਦੇ ਵਿੱਚ ਗੁਰਸਿੱਖ ਆਨੰਦ ਮਾਣਦੇ। ਇੱਕ ਆਵਤ ਇੱਕ ਜਾਤ ਚੱਲੇ ਨਰ। ਇੱਕ ਮਨੁੱਖ ਤਾਂ ਦਰਸ਼ਨ ਕਰਨ ਵਾਸਤੇ ਆਉਂਦਾ ਹੈ ਖੁਸ਼ੀ ਦੇ ਨਾਲ, ਇੱਕ ਗੁਰੂ ਤੋਂ ਝੋਲੀਆਂ ਭਰ ਕੇ ਘਰ ਨੂੰ ਜਾ ਰਿਹਾ। ਏਕ ਨਿਕਟ ਰਹਿ ਕੁਮਤ ਨਿਕੰਦ। ਇੱਕ ਕਹਿੰਦਾ ਸਤਿਗੁਰੂ ਮੈਂ ਤੁਹਾਡੇ ਕੋਲ ਹੀ ਰਹਿਣਾ ਹੈ, ਸਤਿਗੁਰਾਂ ਦੀ ਸੇਵਾ ਕਰਕੇ ਕੁਮਤ ਖੋਟੀ ਮਤ ਨੂੰ ਨਕੰਦ ਕੱਟ ਲੈਂਦਾ। ਗਾਇ ਰਬਾ
ਰਬਾਬੀ ਬੜੀ ਰਾਤ ਤੇ ਇਸ ਲਈ ਬਹੁਤ ਵੱਡੀ ਰਾਤ ਦੇ ਤੱਕ ਜਿਹੜੇ ਰਬਾਬੀ ਨੇ ਗੁਰੂ ਦੇ ਸਿੱਖ ਉਹ ਕੀਰਤਨ ਗਾਉਂਦੇ ਬਾਣੀ ਦਾ। ਸੁਣੇ ਸਿੱਖ ਉਰ ਪ੍ਰੇਮ ਬਿਲੰਦ ਗੁਰੂ ਦੇ ਸਿੱਖ ਗੁਰੂ ਦੀਆਂ ਪਿਆਰੀਆਂ ਸੰਗਤਾਂ ਬੈਠ ਕਰਕੇ ਕੀਰਤਨ ਸੁਣਦੀਆਂ ਬੜਾ ਭਾਰੀ ਹਿਰਦੇ ਵਿੱਚ ਪ੍ਰੇਮ ਪੈਦਾ ਹੁੰਦਾ। ਬਾਣੀ ਪਠੇ ਕੰਠ ਕੋ ਧਰਹਿ ਕੋਈ ਗੁਰੂ ਦਾ ਸਿੱਖ ਇਸ ਪ੍ਰਕਾਰ ਦੇ ਨਾਲ ਬਾਣੀ ਪਠੈ ਪੜ੍ਹਨੀ ਕਰਦਾ, ਕੋਈ ਬਾਣੀ ਨੂੰ ਕੰਠ ਕਰਦਾ ਹੈ। ਸਤਨਾਮ ਜਸ ਉਜਲ ਚੰਦ ਐਸਾ ਜਿਹੜਾ ਸੱਚਾ ਨਾਮ ਹੈ ਪਰਮਾਤਮਾ ਵਾਹਿਗੁਰੂ ਜੀ ਦਾ, ਉਸ ਦਾ ਜਿਹੜਾ ਉਜਲ ਚੰਦ ਕਹੀਏ ਉਜਲਤਾਈ ਵਾਲੀ ਚੰਦਰਮਾ ਦੀ ਨਿਆਈ ਪਰਮਾਤਮਾ ਦਾ ਨਾਮ ਹੈ। ਇੱਕ ਦਿਨ ਸਤਿਗੁਰ ਛੱਡ ਕਰ ਖਾਸੇ ਇਸ ਤਰ੍ਹਾਂ ਦੇ ਨਾਲ ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਖਾਸੇ ਨਾਮ ਪਾਲਕੀ ਦੇ ਵਿੱਚ ਅਸਵਾਰ ਹੋ ਗਏ। ਬਹਿਰ ਚਲੇ ਰਾਵੀ ਕੇ ਤੀਰ ਰਾਵੀ ਜਿਹੜੀ ਨਦੀ ਵਗਦੀ ਹੈ ਉਸ ਦੇ ਕਿਨਾਰੇ ਸਤਿਗੁਰੂ ਗੁਰਸਿੱਖਾਂ ਨਾਲ ਪਾਲਕੀ ਵਿੱਚ ਬੈਠ ਕਰਕੇ ਜਾ ਰਹੇ ਹਨ। ਨਿੰਦਕ ਚੰਦੂ ਮਿਲਿਓ ਅਗਾਰੀ ਸਾਹਮਣੇ ਤੋਂ ਜਿਹੜਾ ਇਹ ਚੰਦੂ ਨਿੰਦਕ ਨਿੰਦਿਆ ਕਰਨ ਵਾਲਾ ਦੁਸ਼ਟ ਬੰਦਾ ਆ ਕਰਕੇ ਮਿਲ ਗਿਆ। ਦੇਖੀ ਸੰਗ ਨਰਨ ਗੰਭੀਰ ਇਸ ਤਰ੍ਹਾਂ ਦੇ ਨਾਲ ਇਹਨੇ ਦੇਖਣਾ ਕੀਤਾ ਕਿ ਬਹੁਤ ਸਾਰੇ ਮਨੁੱਖਾਂ ਦੀ ਭੀੜ ਇਹ ਕਿਹਦੇ ਨਾਲ ਹੈ। ਇਹਨੂੰ ਨਹੀਂ ਪਤਾ ਵੀ ਪਾਲਕੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਹਨ। ਬੂਝਨ ਕਰਿਓ ਕੌਣ ਇਹ ਗਮਨਤ ਆਪਣੇ ਨਾਲ ਦੇ ਸੰਗੀ ਸਾਥੀਆਂ ਆਪਣੇ ਚਮਚਿਆਂ ਨੂੰ ਪੁੱਛਣਾ ਕਰਦਾ ਵੀ ਇਹ ਕੌਣ ਮਨੁੱਖ ਜਾ ਰਿਹਾ ਪਾਲਕੀ ਵਿੱਚ। ਕਾਮਦਾਰ ਉਮਰਾਵ ਅਮੀਰ ਤੇ ਇਹ ਲੱਗਦਾ ਹੈ ਵੀ ਕੋਈ ਉਮਰਾਵ ਅਹਿਲਕਾਰ ਕੋਈ ਵਜ਼ੀਰ ਮੰਤਰੀ ਹੋਵੇਗਾ ਜਾਂ ਕੋਈ ਅਮੀਰ ਬੰਦਾ ਸ਼ਾਹੂਕਾਰ ਕੋਈ ਸੇਠ ਹੋਵੇਗਾ। ਮਾਨਵ ਸੰਗ ਅਨੇਕ ਚਲਤ ਹੈ ਇਸ ਦੇ ਨਾਲ ਬਹੁਤ ਸਾਰੇ ਮਨੁੱਖ ਅੱਗੇ ਪਿੱਛੇ ਹੋ ਕਰਕੇ ਮੋਢਿਆਂ ਤੇ ਪਾਲਕੀ ਚੁੱਕ ਕਰਕੇ ਜਾ ਰਹੇ ਨੇ। ਆਗੇ ਪਾਛੇ ਬਹੁ ਬਹੀਰ ਅੱਗੇ ਵੀ ਬਹੁਤ ਸਾਰੇ ਮਨੁੱਖਾਂ ਦਾ ਇਕੱਠ ਹੈ ਤੇ ਮਗਰ ਵੀ ਬਹੁਤ ਸਾਰੇ ਜਿਹੜੇ ਸਿੱਖ ਜਾ ਰਹੇ ਹਨ। ਪਾਤਸ਼ਾਹ ਕੋ ਹੋਏ ਸਮੀਪ ਜਾਂ ਤਾਂ ਇਸ ਤਰ੍ਹਾਂ ਲੱਗਦਾ ਵੀ ਇਹ ਪਾਤਸ਼ਾਹ ਦਾ ਕੋਈ ਜਹਾਂਗੀਰ ਦਾ ਸਮੀਪ ਨਿਕਟਵਰਤੀ ਹੋਵੇਗਾ ਚਾਕਰ ਹੋਏ ਅਲਪ ਵਿਸਾਲ ਤੇ ਜਾਂ ਫਿਰ ਕੋਈ ਛੋਟਾ ਜਾਂ ਵੱਡਾ ਚਾਕਰ ਕੋਈ ਨੌਕਰ ਹੋਵੇਗਾ, ਕਿਸੇ ਇਲਾਕੇ ਦਾ ਕੋਈ ਮੁਖੀ ਹੋਵੇਗਾ। ਸੋ ਮੁਝ ਨਮੋ ਕਰਤ ਮਿਲ ਗਮਨਤ ਜੇ ਕੋਈ ਸਰਕਾਰੀ ਬੰਦਾ ਹੁੰਦਾ, ਬਾਦਸ਼ਾਹ ਦਾ ਕੋਈ ਨੌਕਰ ਹੁੰਦਾ ਤੇ ਉਹ ਮੈਨੂੰ ਜਾਣਦਾ ਹੁੰਦਾ ਕਿਉਂਕਿ ਮੈਂ ਬਾਦਸ਼ਾਹ ਦਾ ਦੀਵਾਨ ਹਾਂ ਤੇ ਮੈਨੂੰ ਨਮੋ ਨਮਸਕਾਰ ਕਰਦਾ ਝੁਕ ਕਰਕੇ ਮਿਲਣਾ ਸੀ ਉਸ ਨੇ। ਮਨ ਹੈ ਆਨ ਉਲੰਘ ਤਤਕਾਲ ਇਸ ਪ੍ਰਕਾਰ ਦੇ ਨਾਲ ਫਿਰ ਮੇਰੇ ਕੋਲ ਆ ਕਰਕੇ ਉਹਨੇ ਬੜੀ ਛੇਤੀ ਨਾਲ ਮੇਰੀ ਈਨ ਮੰਨਣੀ ਸੀ। ਜੋ ਮੈਂ ਕਹਿਣਾ ਉਹਨੇ ਸਤ ਵਚਨ ਕਰਕੇ ਮੰਨ ਲੈਣਾ ਸੀ। ਸੁਨ ਦੌੜਿਓ ਇੱਕ ਨਰ ਸਿੱਖ ਬੂਝੇ ਉਸ ਵੇਲੇ ਇੱਕ ਬੰਦਾ ਬੜੀ ਤੇਜ਼ੀ ਦੇ ਨਾਲ ਦੌੜਿਆ ਤੇ ਜਾ ਕੇ ਗੁਰੂ ਦੇ ਸਿੱਖਾਂ ਨੂੰ ਬੂਝਿਓ ਪੁੱਛਣਾ ਕੀਤਾ। ਉਹ ਇਹ ਜਾਤ ਬ੍ਰਿੰਦ ਨਰ ਨਾਲ ਪੁੱਛਦਾ ਹੈ ਵੀ ਇਹ ਪਾਲਕੀ ਵਿੱਚ ਬੈਠ ਕਰਕੇ ਕੌਣ ਮਨੁੱਖ ਜਾ ਰਿਹਾ ਹੈ ਤੇ ਨਾਲ ਬਹੁਤ ਸਾਰੇ ਮਨੁੱਖਾਂ ਦਾ ਇਕੱਠ ਹੈ। ਫਿਰ ਹੋਏ ਕਰਿਓ ਬਤਾਵਨ ਤਿਸਨੇ ਉਸ ਗੁਰੂ ਦੇ ਪਿਆਰੇ ਇੱਕ ਸਿੱਖ ਨੇ ਟਿਕ ਕਰਕੇ ਉਸ ਮਨੁੱਖ ਨੂੰ ਸਾਰਾ ਕੁਝ ਦੱਸਣਾ ਕੀਤਾ। ਸ੍ਰੀ ਅਰਜਨ ਸਤਿਗੁਰੂ ਕਿਰਪਾਲ ਇਹ ਸ੍ਰੀ ਸੁਭਾਏਮਾਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾਲੂ ਸੁਭਾਅ ਵਾਲੇ ਹਨ। ਆਨ ਬਤਾਇਓ ਚੰਦੂ ਕੋ ਤਿਨ ਉਸ ਵੇਲੇ ਫਿਰ ਚੰਦੂ ਦੇ ਕੋਲ ਆ ਕੇ ਉਹ ਬੰਦੇ ਨੇ ਸਾਰਾ ਕੁਝ ਦੱਸ ਦੇਣਾ ਕੀਤਾ ਹੈ। ਸੁਨਤ ਜਰਿਓ ਮਨ ਮੈਂ ਦੁਖ ਪਾਏ ਉਹਨੇ ਦੱਸਿਆ ਵੀ ਇਹ ਤਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸਿੱਖਾਂ ਦੇ ਪੰਜਵੇਂ ਸਤਿਗੁਰੂ ਹਨ। ਜਦੋਂ ਸਤਿਗੁਰਾਂ ਦਾ ਨਾਮ ਸੁਣਿਆ ਤਾਂ ਉਸ ਵੇਲੇ ਸੜ ਵੱਲ ਕੇ ਕੋਲੇ ਹੋ ਗਿਆ। ਮਨ ਦੇ ਵਿੱਚ ਬੜਾ ਦੁਸ਼ਟ ਨੇ ਦੁੱਖ ਪਾਉਣਾ ਕੀਤਾ। ਮਮ ਰਿਪ ਫਿਰੇ ਦਿਖਾਏ ਪ੍ਰਤਾਪੂ ਕਹਿੰਦਾ ਮੇਰਾ ਰਿਪ ਇਹ ਦੁਸ਼ਮਣ ਹੈ ਗੁਰੂ ਅਰਜਨ ਦੇਵ ਸਾਹਿਬ ਤੇ ਮੈਨੂੰ ਤੇਜ ਪ੍ਰਤਾਪ ਇਹ ਦਿਖਾਉਂਦਾ ਫਿਰਦਾ ਹੈ। ਬਹੁਤੀ ਮਾਨਵ ਸੰਗ ਲਗਾਏ ਬਹੁਤ ਸਾਰੇ ਮਨੁੱਖਾਂ ਨੂੰ ਆਪਣੇ ਨਾਲ ਲਾ ਕੇ ਇਸ ਤਰ੍ਹਾਂ ਜਾਂਦੇ ਨੇ ਜਿਵੇਂ ਕੋਈ ਰਾਜਾ ਮਹਾਰਾਜਾ ਜਾਂਦਾ
ਹੋਵੇ। ਮੈਂ ਨਿਤ ਚਿੰਤਾ ਕੇ ਬਸ ਦੁਰਬਲ। ਮੈਂ ਤਾਂ ਰੋਜ਼ਾਨਾ ਹੀ ਆਪਣੀ ਪੁੱਤਰੀ ਨੂੰ ਵੇਖ ਕਰਕੇ ਚਿੰਤਾ ਦੇ ਵਸ ਹੋ ਕੇ ਦੁਰਬਲ ਕਮਜ਼ੋਰ ਹੋਇਆ ਪਿਆ ਹਾਂ। ਇਹ ਨ ਚਿੰਤ ਵਿਚਰਤ ਹਰ ਖਾਏ। ਇਹ ਨਿਸ਼ਚਿੰਤ ਹੋ ਕੇ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ, ਬੜੀਆਂ ਖੁਸ਼ੀਆਂ ਨਾਲ ਹੀ ਪਾਲਕੀ ਵਿੱਚ ਬੈਠ ਕੇ ਘੁੰਮਦੇ ਹਨ। ਇਕ ਜੀਵਨ ਮਮ ਬੁੱਧ ਬਲ ਕੋ ਧਿਕ। ਇਸ ਲਈ ਮੇਰੇ ਜਿਉਣ ਨੂੰ ਵੀ, ਮੇਰੇ ਜੀਵਨ ਨੂੰ ਵੀ ਤਰਕਾਰ ਹੈ। ਮੇਰੀ ਬੁੱਧੀ ਦਾ ਜਿੰਨਾ ਵੀ ਬਲ ਹੈ, ਰੂਹਾਨੀ ਜਿਸਮਾਨੀ ਮੇਰਾ ਬਲ ਹੈ, ਸਾਰੇ ਨੂੰ ਤਰਕਾਰ ਹੈ ਤੇ ਲਾਨਤ ਹੈ। ਸਰੇ ਨਾ ਕੁਛ ਬਹੁ ਕਰੀ ਉਪਾਏ। ਜੇ ਬਹੁਤ ਸਾਰੇ ਉਪਾਅ ਯਤਨ ਵੀ ਮੈਂ ਕਰਨਾ ਕੀਤੇ ਤੇ ਮੇਰਾ ਤੇ ਕੁਝ ਸਰਿਆ ਨਹੀਂ, ਕੋਈ ਕੰਮ ਨਹੀਂ ਪੂਰਾ ਹੋਇਆ। ਤੁਰਤ ਤੋਰ ਅਸਵਾਰੀ ਗਮਨਿਓ। ਇਸ ਤਰ੍ਹਾਂ ਦੇ ਨਾਲ ਬੜੀ ਛੇਤੀ ਜਿਹੜੀ ਆਪਣੀ ਅਸਵਾਰੀ ਸੀ ਚੰਦੂ ਨੇ ਉਥੋਂ ਤੋਰ ਲੈਣਾ ਕੀਤੇ। ਆਜ ਕਹੋ ਸੁਧ ਸ਼ਾਹੋ ਕੇ ਤੀਰ। ਕਹਿੰਦਾ ਅੱਜ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਦੀ ਜਿਹੜੀ ਖਬਰ ਹੈ ਮੈਂ ਬਾਦਸ਼ਾਹ ਦੇ ਕੋਲ ਜਾ ਕਰਕੇ ਦੱਸਣੀ ਕਰਾਂਗਾ। ਉਤਰਿਓ ਕਰਤ ਸਲਾਮ ਗਇਓ ਢਿਗਰਿਸ। ਬੜੀ ਛੇਤੀ ਦੇ ਨਾਲ ਜਾ ਕਰਕੇ ਉਸ ਵੇਲੇ ਉਤਰਿਓ ਕਰਤ ਸਲਾਮ ਗਇਓ ਢਿਗ, ਤੇ ਆਪਣੀ ਪਾਲਕੀ ਦੇ ਵਿੱਚੋਂ ਉਤਰ ਕਰਕੇ ਜਿਹੜਾ ਸੀ ਇਹ ਜਹਾਂਗੀਰ ਦੇ ਕੋਲ ਚਲਿਆ ਗਿਆ। ਚੰਦੂ ਦੁਸ਼ਟ ਪਾਪੀ ਰਿਸ਼ਤੇ ਧਰੇ ਨਾ ਕਿਮ ਉਰ ਧੀਰ। ਤੇ ਰਿਸ ਗੁੱਸੇ ਦੇ ਨਾਲ ਹਿਰਦੇ ਅੰਦਰ ਧੀਰਜ ਨਹੀਂ ਵੱਜਦਾ। ਇੰਨੇ ਬੁੱਲ ਇਹ ਦੁਸ਼ਟ ਬੰਦੇ ਦੇ ਫਰਕਦੇ ਨੇ। ਸਤਿਗੁਰੂ ਦੀ ਵਡਿਆਈ ਵੇਖ ਕਰਕੇ, ਗੁਰੂ ਦਾ ਨੂਰਾਨੀ ਸਰੂਪ ਦੇਖ ਕਰਕੇ ਸੜਿਆ ਪਿਆ ਇਹਦਾ ਹਿਰਦੇ ਵਿੱਚ ਇਹਦੇ ਧੀਰਜ ਨਹੀਂ ਬਣਦੀ ਹੈ। ਕਹੇ ਪ੍ਰਸੰਗ ਕੁਛ ਹਜਰਤ ਕੋ ਤਬ। ਉਸ ਵੇਲੇ ਕੁਝ ਜਿਹੜਾ ਪ੍ਰਸੰਗ ਸੀ ਜਾ ਕੇ ਵਾਰਤਾ ਹਜ਼ਰਤ ਬਾਦਸ਼ਾਹ ਜਹਾਂਗੀਰ ਨੂੰ ਇਹਨੇ ਕਹਿਣਾ ਕੀਤੀ। ਨਿਜ ਦਿਸ ਰੁਖ ਫੇਰਿਓ ਨਹਿ ਪੀਰ। ਉਸ ਵੇਲੇ ਦੇਖਿਆ ਵੀ ਹੁਣ ਬਹੁਤੀ ਭੀੜ ਨਹੀਂ ਹੈ ਬਾਦਸ਼ਾਹ ਦੇ ਕੋਲ, ਥੋੜੇ ਜਿਹੇ ਮਨੁੱਖ ਨੇ ਗਿਣਤੀ ਦੇ। ਜਦੋਂ ਉਹ ਵੀ ਚਲੇ ਗਏ, ਬਾਦਸ਼ਾਹ ਨੂੰ ਇਕੱਲੇ ਨੂੰ ਵੇਖਿਆ ਤੇ ਚੰਦੂ ਨੇ ਫਿਰ ਸਾਰਾ ਕੁਝ ਬੋਲ ਕੇ ਕਹਿ ਦਿੱਤਾ। ਕਰ ਜੋਰੇ ਉਚਰਤ ਦੁਰਮਤ ਕੋ। ਦੋਵੇਂ ਹੱਥ ਜੋੜੇ ਨੇ, ਪਖੰਡੀ ਬੰਦੇ ਨੇ ਤੇ ਦੁਰਮਤ ਖੋਟੀ ਮਤ ਅੰਦਰੋਂ ਬੋਲਣ ਲੱਗ ਪਿਆ। ਅਬ ਆਇਓ ਪੁਰ ਸਿੱਖਨ ਪੀਰ। ਕਹਿਣਾ ਕੀਤਾ ਬਾਦਸ਼ਾਹ ਜੀ ਅੱਜ ਤੁਹਾਡੀ ਪੁਰੀ ਦੇ ਵਿੱਚ ਲਾਹੌਰ ਸ਼ਹਿਰ ਦੇ ਅੰਦਰ ਸਿੱਖਾਂ ਦੇ ਪੀਰ ਸਤਿਕਾਰਯੋਗ ਪੰਜਵੇਂ ਗੁਰੂ ਅਰਜਨ ਸਾਹਿਬ ਆਏ ਹਨ। ਤੁਮ ਟਿਕ ਆਵਨ ਕਰਿਓ ਨਾ ਅਬ ਵੀ। ਦੇਖੋ ਕਹਿੰਦੇ ਤੁਹਾਡੀ ਪੁਰੀ ਦੇ ਵਿੱਚ ਉਹ ਸਿੱਖਾਂ ਦੇ ਘਰਾਂ ਵਿੱਚ ਚਰਨ ਪਾਉਂਦੇ ਫਿਰਦੇ ਨੇ। ਤੁਸੀਂ 2 ਲੱਖ ਉਹਨਾਂ ਨੂੰ ਜੁਰਮਾਨਾ ਕੀਤਾ ਸੀ ਤੇ ਹਾਲੇ ਤੱਕ ਤੁਹਾਡੀ ਪਰਵਾਹ ਨਹੀਂ ਕੀਤੀ, ਤੁਹਾਨੂੰ ਆ ਕੇ ਉਹ ਮਿਲਣਾ ਨਹੀਂ ਕੀਤੇ। ਹਿੰਦੁਨ ਤੇ ਪੁਜਵਾਵਤ ਪਾਏ। ਹਿੰਦੁਸਤਾਨ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਪਾਸੋਂ ਆਪਣੇ ਚਰਨਾਂ ਦੀ ਮਨੌਤ ਕਰਵਾਉਂਦੇ ਹਨ। ਨਿਤ ਪ੍ਰਤ ਧਨ ਅਨਗਿਨਤ ਆਮਦਨ। ਇਸ ਤਰ੍ਹਾਂ ਉਹਨਾਂ ਦੇ ਕੋਲ ਬਹੁਤ ਸਾਰੇ ਮਨੁੱਖਾਂ ਦੀ ਆਮਦਨ ਆਉਂਦੀ ਹੈ। ਜਿੰਨੀਆਂ ਸੰਗਤਾਂ ਆਉਂਦੀਆਂ ਤੇ ਓਨੀ ਆਮਦਨ ਗੁਰੂ ਨੂੰ ਹੋ ਜਾਂਦੀ ਹੈ ਮਾਇਆ ਕਰਕੇ। ਧਨੀ ਭਇਓ ਉਰ ਗਰਭ ਵਧਾਏ। ਸੰਗਤਾਂ ਦੀ ਮਾਇਆ ਕਰਕੇ ਧਨੀ ਕਹਿੰਦਾ ਸਤਿਗੁਰੂ ਅਮੀਰ ਹੋ ਗਏ। ਜਿਹੋ ਜੀ ਬੰਦੇ ਦੀ ਆਪਣੀ ਮੱਤ ਹੁੰਦੀ ਉਹੋ ਜੀਆਂ ਵਿਚਾਰਾਂ ਹੁੰਦੀਆਂ ਨੇ। ਤੇ ਕਹਿੰਦਾ ਸੰਗਤਾਂ ਦੇ ਧਨ ਕਰਕੇ ਅਮੀਰ ਬਣ ਗਏ ਨੇ। ਇਸ ਲਈ ਉਹਨਾਂ ਦੇ ਹਿਰਦੇ ਵਿੱਚ ਗਰਭ ਹੰਕਾਰ ਆ ਗਿਆ। ਹੰਕਾਰੀ ਬੰਦੇ ਨੂੰ ਹੰਕਾਰੀ ਦਿਸਦੇ ਨੇ, ਸਾਧ ਨੂੰ ਸਾਧ ਦਿਸਦੇ ਨੇ। ਚੋਰਾਂ ਦੀ ਨਜ਼ਰੀ ਵਿੱਚ ਸਾਰੀ ਦੁਨੀਆ ਹੀ ਚੋਰਾਂ ਦੀ ਹੈ। ਇਸ ਲਈ ਹੰਕਾਰੀ ਬੰਦੇ ਨੂੰ ਸਤਿਗੁਰੂ ਵੀ ਹੰਕਾਰੀ ਲੱਗਦੇ ਨੇ। ਕਹਿੰਦਾ ਧਨ ਦਾ ਸਤਿਗੁਰੂ ਜੀ ਹੰਕਾਰ ਕਰਦੇ ਹਨ। 2 ਲੱਖ ਕੋ ਦੰਡ ਲਖੇ ਕਿਆ। ਇਹ ਜਿਹੜਾ 2 ਲੱਖ ਦਾ ਤੁਸਾਂ ਨੇ ਜੁਰਮਾਨਾ ਕੀਤਾ, ਦੰਡ ਸਜ਼ਾ ਦੇਣਾ ਕੀਤੀ, ਇਹ 2 ਲੱਖ ਨੂੰ ਸਤਿਗੁਰੂ ਕੀ ਸਮਝਦੇ ਹਨ। ਤਤ ਛਿਨ ਲੈ ਦੇ ਹੋ ਇਸ ਥਾਏ। ਮੈਨੂੰ ਤੁਸੀਂ ਹੁਕਮ ਕਰਨਾ ਕਰੋ, ਮੈਂ ਬਹੁਤ ਜਲਦੀ 2 ਲੱਖ ਰੁਪਈਆ ਤੁਹਾਨੂੰ ਲੈ ਕੇ ਗੁਰੂ ਤੋਂ ਦੇ ਦੇਵਾਂਗਾ। ਆਪ ਸਿਫਾਰਿਸ਼ ਕਹੋ ਨਾ ਸੁਣੀਐ ਹੈ। ਤੇ ਤੁਸੀਂ ਹੋਰ ਕਿਸੇ ਦੀ ਜਿਹੜੀ ਸਿਫਾਰਿਸ਼ ਹੈ ਉਹ ਨਾ ਸੁਣਨੀ ਕਰਿਓ ਤੇ ਨਾ ਕਿਸੇ ਨੂੰ ਕੁਝ ਕਹਿਣਾ ਕਰਿਓ। ਤੇ ਜੋ ਮੈਂ ਤੁਹਾਨੂੰ ਕਹਿ ਦਿੱਤਾ ਤੇ ਮੇਰੀ ਡਿਊਟੀ ਲਾ ਦਿਓ ਸਤਿਗੁਰੂ ਦੇ ਉੱਪਰ। ਤਉ ਤਸਕਰ ਰਖੇ ਨਾ ਡਰ ਪਾਏ। ਫੇਰ ਮੁੜ ਕਰਕੇ ਨਾ ਤਾਂ ਕੋਈ ਤਸਕਰ ਇਹ ਚੋਰ ਆਦਿਕ ਰੱਖਣਾ ਕਰਨਗੇ ਤੇ ਇਹਨਾਂ ਨੂੰ ਫਿਰ ਇਸ ਤਰ੍ਹਾਂ ਤੁਹਾਡਾ ਡਰ ਹੋ ਜਾਵੇਗਾ।
ਇਹ ਦੁਸ਼ਟ ਬੰਦੇ ਨੇ ਬਹੁਤ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਪ੍ਰਕਾਰ ਦੀਆਂ ਆਪਣੇ ਕੋਲੋਂ ਝੂਠੀਆਂ ਤੂਹਮਤਾਂ ਸਤਿਗੁਰਾਂ ਦੇ ਉੱਤੇ ਲਾ ਕੇ ਬਾਦਸ਼ਾਹ ਜਿਹੜਾ ਕੰਨਾਂ ਦਾ ਕੱਚਾ ਉਹਦੇ ਹੋਰ ਕੰਨ ਭਰਨ ਲੱਗਿਆ ਹੈ। ਫਿਰ ਜਿਸ ਪ੍ਰਕਾਰ ਸਾਧ ਸੰਗਤ ਜੀ ਇਹ ਦੁਸ਼ਟ ਚੰਦੂ ਨੇ ਇਹ ਜਹਾਂਗੀਰ ਦੇ ਕੋਲੋਂ ਸਤਿਗੁਰੂ ਪਾਤਸ਼ਾਹ ਨੂੰ ਆਪਣੇ ਪਾਸ ਲਿਆਉਣ ਦੀ ਆਗਿਆ ਲੈ ਲੈਣੀ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਪ ਹੀ ਉਹ ਸਾਰੇ ਕਾਰਨ ਬਣਾ ਦੇਣੇ ਕਿ ਦੁਸ਼ਟ ਪਾਪੀ ਦੇ ਸਿਰ ਦੇ ਉੱਤੇ ਭਾਂਡਾ ਜਿਹੜਾ ਫੁੱਟੇਗਾ। ਸਾਰੇ ਅਪਰਾਧ ਜਿੰਨੇ ਨੇ ਦੋਸ਼ ਨੇ ਇਹ ਚੰਦੂ ਦੇ ਸਿਰ ਦੇ ਉੱਤੇ ਆ ਕਰਕੇ ਮੜੇ ਜਾਣੇ ਨੇ। ਉਹ ਕਾਰਨ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਬਣਾ ਦੇਣੇ। ਇੱਥੋਂ ਜਿਹੜਾ ਅਗਲਾ ਪ੍ਰਸੰਗ ਆਪ ਜੀ ਕੱਲ੍ਹ ਦੀ ਕਥਾ ਵਿੱਚ ਸ਼ਰਵਣ ਕਰੋਗੇ। ਸਮੇਂ ਦੀ ਸੰਪੂਰਨਤਾ ਹੈ। ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀਆਂ ਸੰਗਤਾਂ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਵਿਸਰਾਮ ਦੇਈਏ ਜੀ। 2 ਲੱਖ ਕੋ ਦੰਡ ਲਖੇ ਕਿਆ, ਤਤ ਛਿਨ ਲੈਦੈ ਹੋਇ ਸਥਾਏ। ਆਪ ਸਪਾਰਸ ਕਹੋ ਨਾ ਸੁਨੀਐ, ਤਉ ਤਸ ਕਰ ਰਖੇ ਨਾ ਡਰ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ